सत श्रीकाल एंड वेलकम टू CJ सिद्धू शो। ਤੁਹਾਨੂੰ जिस तरह पता ही है कि एवरी थर्सडे ਤੁਹਾਡੇ ਲਈ ਕੋਈ ਨਾ ਕੋਈ ਨਵਾਂ ਸ਼ੋਅ ਲੈ ਕੇ ਆਈਦਾ। ਮੋਸਟਲੀ ਪੋਲੀਟੀਸ਼ੀਅਨਸ ਨਾਲ ਗੱਲ ਹੁੰਦੀ ਹੈ, ਪਰ ਕਦੇ-ਕਦੇ ਨਵਕਲੇ ਪ੍ਰੋਗਰਾਮ ਵੀ ਹੁੰਦੇ ਆ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਨਾ ਬਹੁਤ ਜ਼ਰੂਰੀ ਹੁੰਦਾ ਆ। ਸੋ ਅੱਜ ਦਾ ਪ੍ਰੋਗਰਾਮ ਵੈਰੀ ਡਿਫਰੈਂਟ ਆ, ਇਸ ਲਈ ਅਸੀਂ ਲਾਈਵ ਉੱਥੇ ਪਹੁੰਚੇ ਆ ਐਮਪਾਇਰ ਬੈਂਕੁਏਟ ਹਾਲ ਜਿਹੜਾ ਕਿ ਯਾਰਕ ਸੈਂਟਰ 'ਚ ਹੈ, ਅਤੇ ਉੱਥੇ ਆਪਣੇ ਪੰਜਾਬੀ ਪ੍ਰੈਸ ਕਲੱਬ ਦੀ ਤਰਫੋਂ ਸਟਾਪ ਬੁਲਿੰਗ ਬਾਈ ਮੀਡੀਆ ਦੀ ਇੱਕ ਸੈਮੀਨਾਰ ਹੋਣ ਜਾ ਰਹੀ ਹੈ, ਅਤੇ ਜਿਸ 'ਤੇ ਕਾਫੀ ਬੁਲਾਰੇ ਸੱਦੇ ਗਏ ਆ। 2 ਬੁਲਾਰੇ ਇੰਡੀਆ ਤੋਂ ਹੈ, ਡਾਕਟਰ ਗੋਪਾਲ ਸਿੰਘ ਬੁੱਟਰ ਐਂਡ ਮਿਸਟਰ ਤਰਲੋਚਨ ਸਿੰਘ। ਤੋਂ ਉਸ ਤੋਂ ਇਲਾਵਾ ਜਿਹੜੇ ਮੇਨ ਪਲੈਟਫਾਰਮ ਸਪੀਕਰ ਹੈਗੇ ਆ, ਸਪੀਕਰ ਆਫ ਦਾ ਹਾਊਸ ਆਫ ਲੈਜਿਸਲੇਚਰ ਅਸੈਂਬਲੀ ਮਿਸਟਰ ਰਾਜ ਚੌਹਾਨ, ਅਤੇ ਉਸ ਤੋਂ ਇਲਾਵਾ ਸਟਾਫ ਸਾਰਜੈਂਟ ਜੈਕ ਖੋਸਾ, ਜਿਹੜੇ ਕਿ ਇਸ ਬਾਰੇ ਗੱਲਬਾਤ ਕਰਨਗੇ, ਕਿਉਂਕਿ ਇਹ ਸਾਡੀ ਜਿਹੜੀ ਆਰਗੇਨਾਈਜ਼ ਹੈ ਪੰਜਾਬੀ ਪ੍ਰੈਸ ਕਲੱਬ, ਉਹਦਾ ਮੈਂ ਵੀ ਮੈਂਬਰ ਹਾਂ। ਅਤੇ ਆਮ ਤੌਰ 'ਤੇ ਲੋਕਾਂ ਦੀ ਧਾਰਨਾ ਆ ਕਿ ਇਹ ਜਿਵੇਂ ਮਰਜ਼ੀ ਕਿਸੇ ਤਵਾ ਲਾ ਦੇਣ, ਕੋਈ ਮਰਜ਼ੀ ਗੱਲ ਕਰ ਦੇਣ, ਪਰ ਇਹਦੇ ਸਦਕਾ ਅਸੀਂ ਪ੍ਰੈਸ ਕਲੱਬ ਵਾਲੇ ਇਕੱਠੇ ਹੋ ਕੇ ਗੱਲ ਕਰ ਰਹੇ ਹਾਂ ਕਿ ਮੀਡੀਆ ਦਾ ਇਹ ਰੋਲ ਨਹੀਂ ਗਾ। ਬੁਲਿੰਗ ਬਾਈ ਮੀਡੀਆ ਦਾ ਮਤਲਬ ਇਹ ਮੀਡੀਆ ਦਾ ਕੰਮ ਕਿਸੇ ਨੂੰ ਧੌਂਸ ਨਹੀਂ ਦੇਣਾ, ਬਲਕਿ ਇਨਫੋਰਮੇਸ਼ਨ ਦੇਣੀ ਹੈ। ਸੋ ਦੇਖੋ ਸਾਡੇ ਜਿੰਨੇ ਵੀ ਅੱਜ ਬੁਲਾਰੇ ਆ ਉਹ ਕੀ ਕਹਿ ਰਹੇ। ਗੁੱਡ ਈਵਨਿੰਗ, ਮੇਰੇ ਵੱਲੋਂ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਜੀ। ਬਿਹਾਫ ਆਫ ਪੰਜਾਬੀ ਪ੍ਰੈਸ ਕਲੱਬ ਆਫ BC, ਜਿੰਨੇ ਵੀ ਅੱਜ ਇੱਥੇ ਮੀਡੀਆ ਨਾਲ ਰਿਲੇਟਡ ਜਿੰਨੀਆਂ ਵੀ ਸ਼ਖਸੀਅਤਾਂ ਵੱਖ-ਵੱਖ ਅਦਾਰਿਆਂ ਤੋਂ, ਆਨਰੇਬਲ ਰਾਜ ਚੌਹਾਨ ਜੀ, ਜੈਕ ਖੋਸਾ ਜੀ ਔਰ ਡਾਕਟਰ ਗੋਪਾਲ ਸਿੰਘ ਬੁੱਟਰ ਜੋ ਕਿ ਹਾਲੇ ਨਹੀਂ ਪਹੁੰਚੇ, ਪਰ ਸਰਦਾਰ ਤਰਲੋਚਨ ਸਿੰਘ ਜੀ, ਸਾਰਿਆਂ ਨੂੰ ਹੀ ਜੀ ਆਇਆਂ। ਤੁਸੀਂ ਆਪਣਾ ਸਮਾਂ ਕੱਢਿਆ ਔਰ ਸਾਡੀ ਇਹ ਸੈਕੰਡ ਐਨੂਅਲ ਜਿਹੜੀ ਸਟਾਪ ਬੁਲਿੰਗ ਬਾਈ ਮੀਡੀਆ, ਸੋ ਮੀਡੀਆ ਦੀ ਧੌਂਸ ਨੂੰ ਬੰਦ ਕਰਵਾਉਣ ਦੇ ਲਈ ਜਿਹੜਾ ਇਹ ਸੈਮੀਨਾਰ ਰੱਖਿਆ ਗਿਆ। ਸੋ ਪਿਛਲੀ ਵਾਰ ਵੀ ਬੜਾ ਭਰਮਾ ਹੁੰਗਾਰਾ ਸਾਰਿਆਂ ਨੇ ਦਿੱਤਾ ਸੀ, ਇਸ ਵਾਰ ਫਿਰ ਸਾਡਾ ਇਹ ਉਪਰਾਲਾ। ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤੇ ਸਾਡੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ ਕਿ ਸਮਾਜ ਦੇ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ, ਸਮਾਜ ਦੇ ਵਿੱਚ ਹੋ ਰਹੀਆਂ ਜੋ ਵੀ ਨੈਗੇਟਿਵ ਜਾਂ ਪੋਜ਼ੀਟਿਵ ਜਾਂ ਜਿਹੜੀਆਂ ਸਹੀ ਖਬਰਾਂ, ਉਹਨਾਂ ਨੂੰ ਚੁਣ ਕੇ, ਉਹਨਾਂ ਨੂੰ ਲੱਭ ਕੇ, ਸੱਚ ਨੂੰ ਫਰੋਲ ਕੇ ਲਿਆ ਕੇ ਸਾਹਮਣੇ ਰੱਖਣਾ। ਸੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੀਡੀਆ ਦੇ ਵਿੱਚ ਕੰਮ ਕਰਦੇ ਹਾਂ। ਅਤੇ ਜਦੋਂ ਅਸੀਂ ਮੀਡੀਆ 'ਚ ਕੰਮ ਕਰਦੇ ਹਾਂ, ਲੋਕਾਂ ਦਾ ਵਿਸ਼ਵਾਸ ਵੀ ਸਾਡੇ ਵਿੱਚ ਓਨਾ ਹੀ ਜ਼ਰੂਰੀ ਹੁੰਦਾ ਕਿ ਲੋਕੀ ਸਾਡੇ ਵਿੱਚ ਵਿਸ਼ਵਾਸ ਵੀ ਓਨਾ ਹੀ ਕਰਨ। ਸੋ ਉਹ ਵਿਸ਼ਵਾਸ ਬਣਾ ਕੇ ਰੱਖਣਾ ਵੀ ਇੱਕ ਪੱਤਰਕਾਰ ਦੀ ਜ਼ਿੰਮੇਵਾਰੀ ਹੈ। ਸਾਡੇ ਮੋਢਿਆਂ 'ਤੇ ਬਹੁਤ ਸਾਰਾ ਭਾਰ ਹੁੰਦਾ, ਕਿਉਂਕਿ ਜਦੋਂ ਵਿਸ਼ਵਾਸ ਦੀ ਗੱਲ ਆਉਂਦੀ ਹੈ, ਜਦੋਂ ਵਿਸ਼ਵਾਸ ਕਰਦੇ ਆ ਲੋਕੀ ਸਾਡੇ 'ਤੇ ਫਿਰ ਹੀ ਕੋਈ ਖਬਰ ਵੀ ਸਾਡੇ ਨਾਲ ਸਾਂਝੀ ਕਰਦੇ ਆ। ਬਹੁਤੀ ਵਾਰ ਦੇਖਿਆ ਜਾਂਦਾ ਜਦੋਂ ਅਸੀਂ ਮੀਡੀਆ ਦੀ ਧੌਂਸ ਦੀ ਗੱਲ ਕਰਦੇ ਹਾਂ, ਜੇ ਅਸੀਂ ਪਿੱਛੇ ਭਾਰਤ ਦੀ ਗੱਲ ਕਰੀਏ, ਤੁਸੀਂ ਜਾਣਦੇ ਹੋ ਕਿ ਪੱਤਰਕਾਰਾਂ ਦੇ ਨਾਲ ਕਿਹੋ ਜਿਹਾ ਸਲੂਕ ਹੁੰਦਾ, ਕਿੰਨੀਆਂ ਜਿਹੜੀਆਂ ਗੱਲਾਂ ਨਿਕਲ ਕੇ ਸਾਡੇ ਸਾਹਮਣੇ ਆਉਂਦੀਆਂ। ਕਿੰਨੀ ਵਾਰੀ ਅਸੀਂ ਇਹ ਮਤੇ ਪਾਉਂਦੇ ਹਾਂ, ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਮਨੀਪੁਰ ਦੇ ਵਿੱਚ ਕੀ ਹੋਇਆ, ਹੋਰ ਕਾਫੀ ਸਾਰੇ ਜਿਹੜੇ ਇਹੋ ਜਿਹੇ ਹਾਦਸੇ ਹੁੰਦੇ ਆ, ਅਸੀਂ ਹਮੇਸ਼ਾ ਪੰਜਾਬੀ ਪ੍ਰੈਸ ਕਲੱਬ ਉਹਦੇ ਲਈ ਵੀ ਆਵਾਜ਼ ਚੁੱਕਦਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਮੀਡੀਆ ਦੇ ਨਾਲ, ਕੋਈ ਪੱਤਰਕਾਰਾਂ ਦੇ ਨਾਲ ਧੱਕਾ ਹੁੰਦਾ, ਤੇ ਹਮੇਸ਼ਾ ਹੀ ਪੰਜਾਬੀ ਪ੍ਰੈਸ ਕਲੱਬ ਆਫ BC ਹਮੇਸ਼ਾ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਪਰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਮੀਡੀਆ ਵੱਲੋਂ ਧੌਂਸ ਦਿੱਤੀ ਜਾਂਦੀ ਹੈ, ਬੇਸ਼ੱਕ ਉਹ ਅਦਾਰੇ ਹੋਣ, ਬੇਸ਼ੱਕ ਉਹ ਇੰਡੀਵਿਜੂਅਲ ਪੱਤਰਕਾਰ ਹੋਣ, ਉਹ ਵੀ ਜਿਹੜਾ ਆ ਉਹ ਵੀ ਨਹੀਂ ਚੰਗਾ ਨਹੀਂਗਾ, ਉਹ ਵੀ ਨਹੀਂ ਹੋਣਾ ਚਾਹੀਦਾ। ਸੋ ਸਾਡੀ ਜਿਹੜੀ ਜ਼ਿੰਮੇਵਾਰੀ ਆ, ਸਾਨੂੰ ਉਹ ਚੁੱਕਣ ਦੀ ਲੋੜ ਆ। ਜਦੋਂ ਧੌਂਸ ਦੇਣੀ ਲੋਕਾਂ ਨੂੰ ਮੀਡੀਆ ਦੀ, ਉਹ ਬੰਦ ਹੋਣੀ ਚਾਹੀਦੀ ਆ। ਇਹਦੇ ਲਈ ਪਹਿਲੀ ਵਾਰ ਜਦੋਂ ਇਹ ਉਪਰਾਲਾ ਕੀਤਾ ਗਿਆ ਸੀ ਤੇ ਕਾਫੀ ਸਾਰੇ ਲੋਕਾਂ ਦੇ ਸਵਾਲ ਵੀ ਸੀ ਕਿ ਇਹ ਰੁਕੇਗਾ ਕਿਵੇਂ। ਇਹ ਤੇ ਆਮ ਹੀ ਹੁੰਦਾ ਆ, ਔਰ ਬਹੁਤ ਸਾਰੇ ਪੱਤਰਕਾਰ ਅੱਜ ਇਸ ਰੂਮ ਦੇ ਵਿੱਚ, ਇਸ ਸੈਮੀਨਾਰ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਦੇ ਨਾਲ ਹੋਇਆ ਵੀ ਆ ਤੇ ਹੋ ਵੀ ਰਿਹਾ। ਪਰ ਸਾਨੂੰ ਆਪਸ ਵਿੱਚ, ਪੱਤਰਕਾਰਾਂ ਨੂੰ ਸਾਨੂੰ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ। ਇੱਕ ਦੂਜੇ ਦੀ ਰਿਸਪੈਕਟ ਮਸਟ ਆ। ਕਿਸੇ ਵੀ ਅਸੀਂ ਅਦਾਰੇ ਨਾਲ ਕੰਮ ਕਰਦੇ ਹੋਈਏ, ਅਦਾਰਿਆਂ ਦਾ ਆਪਸ ਵਿੱਚ ਦੂਜੇ ਤੋਂ ਦੂਜੇ ਅਦਾਰੇ ਨਾਲ ਕੋਈ ਹੋਊਗਾ, ਪਰ ਪੱਤਰਕਾਰ ਜਿਹੜੇ ਇਹ ਲੋਕਾਂ ਦੇ ਲਈ ਕੰਮ ਕਰਦੇ ਆ, ਸੱਚ ਦੇ ਲਈ ਆਵਾਜ਼ ਚੁੱਕਦੇ ਆ। ਸੋ ਜਦੋਂ ਪੱਤਰਕਾਰ ਪੱਖਪਾਤ ਕਰਨ ਲੱਗ ਪੈਂਦੇ, ਇੱਕ ਪਾਸੜ ਹੋ ਕੇ ਗੱਲ ਕਰਨ ਲੱਗ ਪੈਂਦੇ ਆ, ਜਾਂ ਪੱਤਰਕਾਰ ਆਪਣੀ ਧੌਂਸ ਦੇਣ ਲੱਗ ਪੈਂਦੇ ਆ, ਫਿਰ ਉਦੋਂ ਕੰਮ ਖਰਾਬ ਹੁੰਦਾ। ਸੋ ਸਾਡੇ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਆ, ਇਹ ਅਵੇਅਰਨੈਸ ਦੇ ਲਈ ਆ, ਤਾਂ ਕਿ ਅਸੀਂ ਸਾਰੇ ਹੀ ਬੜੇ ਸੁਹਿਰਦ ਆ। ਮੇਰੇ ਤੋਂ ਸੀਨੀਅਰ ਕਾਫੀ ਪੰਜਾਬੀ ਪ੍ਰੈਸ ਕਲੱਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੇ ਸੀਨੀਅਰ ਪੱਤਰਕਾਰ ਜਿਹੜੇ ਸਾਡੇ ਤੋਂ ਅਹੁਦੇ ਦੇ ਵਿੱਚ ਵੀ ਬੜੇ ਸੀਨੀਅਰ ਨੇ, ਉਮਰ ਦੇ ਵਿੱਚ ਵੀ ਸਾਡੇ ਤੋਂ ਸੀਨੀਅਰ ਨੇ, ਅਸੀਂ ਬੜਾ ਕੁਛ ਇਹਨਾਂ ਤੋਂ ਸਿੱਖਦੇ ਹਾਂ। ਪਰ ਜਦੋਂ ਅਸੀਂ
ਕੈਨੇਡਾ ਵਰਗੀ ਧਰਤੀ ਤੇ ਜਿੱਥੇ ਸਾਨੂੰ ਬੋਲਣ ਦੀ ਆਜ਼ਾਦੀ ਆ, ਜਿੱਥੇ ਅਸੀਂ ਆਪਣੀ ਗੱਲ ਲੋਕਾਂ ਸਾਹਮਣੇ ਖੁੱਲ੍ਹ ਕੇ ਰੱਖ ਸਕਦੇ ਹਾਂ, ਜਦੋਂ ਅਸੀਂ ਇਹੋ ਜਿਹੀ ਧਰਤੀ ਤੇ ਰਹਿ ਕੇ ਵੀ ਕੁਝ ਇਹੋ ਜਿਹੇ ਆਲੇ ਦੁਆਲੇ ਵਰਤਾਰਾ ਹੁੰਦਾ ਦੇਖਦੇ ਹਾਂ ਤੇ ਫਿਰ ਦਿਲ ਨੂੰ ਬੜੀ ਠੇਸ ਲੱਗਦੀ ਆ ਕਿ ਲੋਕੀ ਪੱਤਰਕਾਰ ਭਾਈਚਾਰੇ ਨੂੰ ਕਿਉਂ ਨਹੀਂ ਇੰਨਾ ਵਿਸ਼ਵਾਸ ਉਹਨਾਂ ਦੇ ਵਿੱਚ ਕਰਦੇ, ਕਿਉਂਕਿ ਕਿਤੇ ਨਾ ਕਿਤੇ ਅਸੀਂ ਉਹ ਜਿਹੜਾ ਵਿਸ਼ਵਾਸ ਆ ਉਹ ਆਪਣਾ ਕਾਇਮ ਨਹੀਂ ਕਰ ਸਕੇ ਲੋਕਾਂ ਦੇ ਵਿੱਚ। ਬੇਸ਼ੱਕ ਇੰਡੀਵਿਜੂਅਲ ਤੌਰ ਤੇ ਸਾਨੂੰ ਲੋਕੀ ਬੜਾ ਪਿਆਰ ਵੀ ਕਰਦੇ ਆ, ਵੱਖ-ਵੱਖ ਅਦਾਰੇ ਆ ਲੋਕਾਂ ਦੇ ਆਪੋ ਆਪਣਾ ਪਿਆਰ ਕਰਨ ਦਾ, ਉਹਨਾਂ ਦਾ ਆਪੋ ਆਪਣੇ ਬਣੇ ਹੋਏ ਆ ਕਿ ਕੌਣ ਕਿਹੜੇ ਅਦਾਰੇ ਨੂੰ ਸੁਣਦਾ, ਕਿਹੜੇ ਪੱਤਰਕਾਰ ਨੂੰ ਸੁਣਦਾ, ਕਿਹੜੀ ਗੱਲ ਤੇ ਜ਼ਿਆਦਾ ਵਿਸ਼ਵਾਸ ਕਰਦਾ, ਪਰ ਸਾਰੇ ਪੱਤਰਕਾਰ ਹੀ ਕੰਮ ਚੰਗਾ ਕਰ ਰਹੇ ਆ। ਜਿੰਨਾ ਵੀ BC ਦਾ ਮੀਡੀਆ ਆ ਸਾਰੇ ਹੀ ਬੜੇ ਸੁਹਿਰਦੇ ਆ, ਬੜਾ ਸੋਹਣਾ ਕੰਮ ਕਰਦੇ ਆ, ਪਰ ਫਿਰ ਵੀ ਅਵੇਅਰਨੈਸ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜੇ ਸਾਡੇ ਤੋਂ ਸੀਨੀਅਰ ਪੱਤਰਕਾਰ ਆ ਉਹਨਾਂ ਵਾਲਾ ਦੇਖ ਕੇ ਅਸੀਂ ਬਹੁਤ ਕੁਝ ਸਿੱਖਿਆ। ਗਾਂ ਜੇ ਅਸੀਂ ਉਹਨਾਂ ਤੋਂ ਹਾਲੇ ਵੀ ਸਿੱਖ ਰਹੇ ਹਾਂ ਤੇ ਗਾਂ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ, ਜਿਹੜੀ ਨਵੀਂ ਨੌਜਵਾਨ ਪੀੜ੍ਹੀ ਉੱਠ ਰਹੀ ਆ, ਉਹਨਾਂ ਨੂੰ ਗਾਈਡ ਕਰਨਾ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਵੀ ਸਾਡਾ ਆਪਸ ਦਾ ਜਿਹੜਾ ਪਿਆਰ ਆ ਉਹ ਵੀ ਬਹੁਤ ਜ਼ਰੂਰੀ ਆ। ਸੋ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਇੱਕ ਦੂਜੇ ਦਾ ਸਤਿਕਾਰ ਮਾਣ ਦੇਣਾ ਬਹੁਤ ਜ਼ਰੂਰੀ ਆ। ਅਸੀਂ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਵਾਂਗੇ, ਅਸੀਂ ਕਰਾਂਗੇ ਤੇ ਫੇਰ ਹੀ ਕਦੇ ਕਿਸੇ ਪੱਤਰਕਾਰ ਨਾਲ ਧੱਕਾ ਨਹੀਂ ਹੋਵੇਗਾ। ਪਰ ਜਿਹੜੀ ਧੌਂਸ ਦੇਣੀ ਮੀਡੀਆ ਦੀ ਇਹ ਜਿਹੜੀ ਆ ਇਹ ਬਹੁਤ ਨਿੰਦਣਯੋਗ ਆ। ਇਹਦੀ ਨਿਖੇਧੀ ਪੰਜਾਬੀ ਪ੍ਰੈਸ ਕਲੱਬ ਆਫ BC ਅਸੀਂ ਕਰਦੇ ਆ। ਜੇ ਕੋਈ ਇਹੋ ਜਿਹੀ ਗੱਲ ਹੁੰਦੀ ਆ ਜਿਨ੍ਹਾਂ ਦੇ ਨਾਲ ਹੁੰਦੇ ਆ, ਬਹੁਤ ਸਾਰੇ ਪੱਤਰਕਾਰ ਨਿਕਲ ਕੇ ਸਾਹਮਣੇ ਵੀ ਆਉਂਦੇ ਆ, ਗੱਲ ਵੀ ਕਰਦੇ ਆ, ਪਰ ਸਾਨੂੰ ਇਕਜੁੱਟ ਹੋ ਕੇ ਉਸ ਮਸਲੇ ਦਾ ਕੋਈ ਹੱਲ ਕਰਨਾ ਚਾਹੀਦਾ। ਸੋ ਅੱਜ ਬੜੀਆਂ ਸੁਹਿਰਦ ਸ਼ਖਸੀਅਤਾਂ ਸਾਡੇ ਵਿੱਚ ਆ ਜਿਹੜੀਆਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨਗੀਆਂ, ਆਪਣੇ ਜਿਹੜੇ ਉਹਨਾਂ ਦੇ ਜ਼ਿੰਦਗੀ ਦੇ ਐਕਸਪੀਰੀਅੰਸ ਆ ਉਹ ਵੀ ਸਾਂਝੇ ਕਰਨਗੀਆਂ। ਔਰ ਕੋਸ਼ਿਸ਼ ਆ, ਇਹ ਸਾਡਾ 2nd ਐਨੂਅਲ ਆ, ਅਸੀਂ ਰਲ ਕੇ ਕੋਸ਼ਿਸ਼ ਕਰੀਏ ਕਿ ਪੰਜਾਬੀ ਪ੍ਰੈਸ ਕਲੱਬ ਆਫ BC ਨੇ ਜਿਹੜਾ ਇੱਕ ਆਪਣਾ ਸਟੈਂਡਰਡ ਹਾਈ ਮੇਨਟੇਨ ਕੀਤਾ ਆ, ਇਹਨੂੰ ਦਿਨ ਬ ਦਿਨ ਅਸੀਂ ਹੋਰ ਉੱਪਰ ਲੈ ਕੇ ਜਾਣਾ। ਪੱਤਰਕਾਰੀ ਨੂੰ ਅਸੀਂ ਇੱਕ ਨਿਰਪੱਖ, ਇੱਕ ਕਹਿ ਲਓ ਕਿ ਸੱਚੀ ਸੁੱਚੀ ਪੱਤਰਕਾਰਤਾ ਦੇ ਵਾਂਗ ਅਸੀਂ ਲੈ ਕੇ ਚੱਲਣਾ। ਇਹਨੂੰ ਅਸੀਂ ਆਪਣਾ ਸੱਚੇ ਦਿਲੋਂ, ਇਹਨੂੰ ਅਸੀਂ ਕਿੱਤੇ ਨੂੰ ਸੱਚੇ ਦਿਲੋਂ ਆਪਣੇ ਉਹ ਕਰਨਾ, ਲੋਕਾਂ ਦੇ ਵਿੱਚ ਪਿਆਰ ਇਤਫਾਕ ਬਣਾ ਕੇ ਰੱਖਣਾ, ਤਾਂ ਕਿ ਭਾਈਚਾਰੇ ਦੀ ਕੋਈ ਨੈਗੇਟਿਵ ਕੋਈ ਪੋਜ਼ਿਟਿਵ ਗੱਲ ਆਉਂਦੀ ਹੈ ਉਹਨੂੰ ਐਜ਼ ਨਿਊਜ਼ ਅਸੀਂ ਲੈ ਕੇ ਆਈਏ, ਉਹ ਖਬਰ ਲੈ ਕੇ ਆਈਏ, ਪਰ ਲੋਕਾਂ ਦੇ ਦਿਲਾਂ ਵਿੱਚ ਡਰ ਨਾ ਹੋਵੇ ਕਿ ਕੱਲ ਪਤਾ ਨਹੀਂ ਕੀ ਹੋਣਾ, ਕਿਹੜੇ ਅਦਾਰੇ ਨੇ ਕੀ ਬੋਲਣਾ। ਸੋ ਇਹ ਜਿਹੜਾ ਡਰ ਆ ਲੋਕਾਂ ਦੇ ਦਿਲਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੀਏ। ਸੋ ਸਾਰਿਆਂ ਨੂੰ ਵਨਸ ਅਗੇਨ ਜੀ ਆਇਆਂ ਨੂੰ। ਸੋ ਸਾਨੂੰ ਇੱਕ ਦੂਜੇ ਦੇ ਨਾਲ ਪਿਆਰ ਸਤਿਕਾਰ ਹਮੇਸ਼ਾ ਬਣਾ ਕੇ ਰੱਖਣ ਦੀ ਲੋੜ ਆ। ਸੋ ਇਹੀ ਪੰਜਾਬੀ ਪ੍ਰੈਸ ਕਲੱਬ ਆਫ BC ਦੀ ਸਾਡੀ ਵੀ ਇਹੀ ਕੋਸ਼ਿਸ਼ ਆ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਤੇ ਕਮਿਊਨਿਟੀ ਦੇ ਨਾਲ ਪਿਆਰ ਮੁਹੱਬਤ ਇਸੇ ਤਰ੍ਹਾਂ ਬਣਾ ਕੇ ਰੱਖੀਏ। ਇਹੋ ਜਿਹੇ ਹੀ ਸਾਨੂੰ ਸੱਚੇ ਸੁੱਚੇ ਪੱਤਰਕਾਰ ਕਮਿਊਨਿਟੀ ਦੇ ਵਿੱਚ ਚਾਹੀਦੇ ਆ। ਸੋ ਬਹੁਤ ਮਿਹਰਬਾਨੀ ਸਾਰਿਆਂ ਦੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਤੁਸੀਂ ਰੱਖਿਆ ਉਹਦੇ ਬਾਰੇ ਬਹੁਤ ਵਧਾਈ ਪੇਸ਼ ਕਰਨਾ, ਕਿਉਂਕਿ ਜਦੋਂ ਕੋਈ ਵੀ ਜਥੇਬੰਦੀ, ਕੋਈ ਵੀ ਆਰਗੇਨਾਈਜੇਸ਼ਨ ਆਪਣੇ ਆਪ ਨੂੰ ਸਵੈ ਪੜਚੋਲ ਦੀ ਨਹੀਂ ਹੁੰਦੀ ਹੈਗੀ, ਉਹ ਜ਼ਿਆਦਾ ਦੇਰ ਤੱਕ ਉਹ ਜਥੇਬੰਦੀ ਕਾਮਯਾਬ ਨਹੀਂ ਰਹਿੰਦੀ। ਤੁਸੀਂ ਆਪ ਦੀ ਸਵੈ ਪੜਚੋਲ ਕਰ ਰਹੇ ਹੋ। ਸੈਲਫ ਐਨਾਲਿਸਿਸ ਇਜ਼ ਦ ਬੈਸਟ ਪਾਲਿਸੀ, ਦੈਟਸ ਦ ਓਨਲੀ ਵੇ ਯੂ ਕੈਨ ਮੇਕ ਪ੍ਰੋਗਰੈਸ ਇਨ ਦ ਫਿਊਚਰ। ਸੋ ਇਹ ਜਿਹੜਾ ਕੁਝ ਤੁਸੀਂ ਅੱਜ ਕੀਤਾ ਇਹ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਮੈਨੂੰ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਨੂੰ 50 ਸਾਲ ਹੋ ਗਏ, ਉਹਨਾਂ 50 ਸਾਲਾਂ ਦੇ ਵਿੱਚ ਮੈਂ ਕਾਫੀ ਕੁਝ ਦੇਖਿਆ ਇੱਥੇ। ਜਿਸ ਤਰ੍ਹਾਂ ਜਨਾਬ ਉਹਨਾਂ ਨੇ ਦੱਸਿਆ ਕਿ ਇੱਥੇ 2 ਪੇਪਰ ਹੀ ਹੁੰਦੇ ਸੀਗੇ, ਉਹ ਵੀ ਥੋੜ੍ਹੇ ਜਿਹੇ ਇੰਡੀਆ ਤੋਂ ਖਬਰਾਂ ਲੈ ਕੇ ਕੈਂਚੀ ਨਾਲ ਕੱਟ ਕੇ ਪੇਸਟ ਕਰਕੇ ਲੱਗੀਆਂ ਹੁੰਦੀਆਂ ਸੀ, ਕੋਈ ਖਾਸ ਉਹਦੀ ਕੰਟਰੀਬਿਊਸ਼ਨ ਨਹੀਂ ਸੀ ਹੁੰਦੀ, ਬਟ ਸਟਿਲ ਇਟ ਵਾਜ਼ ਅ ਨਿਊਜ਼ ਪੇਪਰ। ਅੱਜ ਕੱਲ੍ਹ ਸਾਡੀ ਕਮਿਊਨਿਟੀ ਇੱਥੇ BC ਦੇ ਵਿੱਚ ਬਹੁਤ ਵੱਡੀ ਹੋ ਚੁੱਕੀ ਹੈ। ਉਹਦੇ ਨਾਲ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ, ਸਾਡੇ ਚੈਲੰਜਸ ਉਹ ਵੀ ਬਹੁਤ ਵੱਡੇ ਹੋ ਗਏ ਨੇ, ਤੇ ਇਸ ਦੇ ਨਾਲ ਹੀ ਜਿਹੜੀਆਂ ਸਾਡੀਆਂ ਕਮੀਆਂ ਨੇ, ਊਣਤਾਈਆਂ ਨੇ, ਉਹ ਵੀ ਬੜੀਆਂ ਖੁੱਲ੍ਹ ਕੇ ਬਾਹਰ ਆ ਰਹੀਆਂ ਨੇ। ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸੋ ਹੋਪਫੁਲੀ ਕਿ ਤੁਸੀਂ ਮੈਨੂੰ ਮਾਫ ਕਰੋਗੇ, ਕਿਉਂਕਿ ਜੇ ਆਪਾਂ ਸਵੈ ਪੜਚੋਲ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਵੀ ਸ਼ੁਡ ਹੈਵ ਓਪਨ ਡਾਇਲੋਗ। ਓਪਨ ਡਾਇਲੋਗ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਹਦੀ ਕੁਆਲਿਟੀ ਹੁੰਦੀ ਹੈ ਲਿਸਨਿੰਗ।
ਜਿੰਨੀ ਦੇਰ ਅਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਹੈਗੇ ਉਨੀ ਦੇਰ ਅਸੀਂ ਪੂਰਾ ਜਿਹੜਾ ਪ੍ਰੋਪਰ ਡਾਇਲੌਗ ਨਹੀਂ ਹੋ ਸਕਦਾ ਹੈ। ਮੈਂ ਆਉਂਦਾ ਹੋਇਆ ਇੱਕ ਰੇਡੀਓ ਸੁਣ ਰਿਹਾ ਸੀ ਤੇ ਉਹਦੇ ਵਿੱਚ ਇੱਕ ਪ੍ਰੋਗਰਾਮ ਕੋਈ ਚੱਲ ਰਿਹਾ, ਉਹ ਕਿਸੇ ਕਾਲਰ ਨੇ ਫੋਨ ਕੀਤਾ, ਉਹਦੇ ਜਿਹੜੇ ਵਿਚਾਰ ਸੀਗੇ ਉਹ ਜਿਹੜਾ ਹੋਸਟ ਸੀ ਉਹਦੇ ਨਾਲ ਮੈਚ ਨਹੀਂ ਸੀ ਕਰਦੇ। ਉਹ ਕਹਿੰਦਾ ਧੰਨਵਾਦ, ਫਿਰ ਗੱਲ ਕਰਾਂਗੇ। ਸੋ ਵਿਦਨ 30 ਸੈਕਿੰਡ ਉਹਨਾਂ ਨੇ ਉਹਨੂੰ ਕੱਟ ਆਫ ਕਰ ਦਿੱਤਾ। ਜੇ ਅਸੀਂ ਰਿਸਪੌਂਸੀਬਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ then we should have the courage to listen the opposite side of thinking। ਜੇ ਤੁਸੀਂ ਉਹ ਆਪੋਜੀਸ਼ਨ ਜਿਹੜੇ ਵਿਚਾਰ ਨੇ ਉਹਨਾਂ ਨੂੰ ਨਹੀਂ ਸੁਣਦੇ ਹੈਗੇ ਤਾਂ ਫਿਰ ਉਹ ਜਿਹੜਾ ਮੀਡੀਆ ਜਾਂ ਕੋਈ ਵੀ ਗੱਲਬਾਤ ਆ ਇਟਸ ਨਾਟ ਕੰਸਟਰਕਟਿਵ। ਉਹ ਸਿਰਫ ਇੱਕ ਪਾਸੜ ਹੁੰਦੀ ਆ ਵੀ ਮੇਰੀ ਗੱਲ ਸੁਣੋ ਤੇ ਤੂੰ ਜੋ ਮਰਜ਼ੀ ਕੁਛ ਕਹੀ ਜਾ, ਮੈਨੂੰ ਉਹਦੀ ਕੋਈ ਪਰਵਾਹ ਨਹੀਂ। ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੇ BC ਦੇ ਵਿੱਚ ਹੁਣ ਸਾਡਾ ਮੀਡੀਆ ਨੇ ਬਹੁਤ ਤਰੱਕੀ ਕੀਤੀ ਹੈ। ਖਾਸ ਕਰਕੇ ਜਿਹੜੀ ਪੰਜਾਬੀ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਤੁਸੀਂ ਯੋਗਦਾਨ ਪਾਇਆ ਮੀਡੀਆ ਦੇ ਵਿੱਚ, ਉਹਦਾ ਮੈਂ ਤੁਹਾਨੂੰ ਆਪਣੇ ਤਹਿ ਦਿਲੋਂ ਬਹੁਤ ਬਹੁਤ ਵਧਾਈ ਦਿੰਦਾ ਤੇ ਧੰਨਵਾਦ ਕਰਦਾ। ਐਜ਼ ਏ ਸਪੀਕਰ ਆਫ ਦ ਲੈਜਿਸਲੇਟਿਵ ਅਸੈਂਬਲੀ ਮੈਂ ਪਹਿਲੀ ਵਾਰੀ BC ਦੇ ਵਿੱਚ ਲਾਸਟ ਈਅਰ ਇੰਟਰਨੈਸ਼ਨਲ ਫਰੀडम ਆਫ ਪ੍ਰੈਸ ਡੇ ਮਨਾਇਆ ਸੀ। ਹਾਲਾਂਕਿ ਉੱਥੇ ਮੀਡੀਆ ਸਾਰੇ ਵੱਡੇ ਵੱਡੇ ਜਿੰਨੇ ਵੀ ਅਦਾਰੇ ਨੇ ਉੱਥੇ ਹੁੰਦੇ ਨੇ, ਲੇਕਿਨ ਅੱਜ ਤੱਕ ਕਿਸੇ ਨੇ ਫਰੀडम ਆਫ ਪ੍ਰੈਸ ਦੀ ਗੱਲ ਨਹੀਂ ਸੀ ਕੀਤੀ। ਮੈਂ ਇਹਨਾਂ ਨੂੰ ਖੁਸ਼ਪਾਲ ਹੋਣਾ ਨੂੰ ਵੀ ਉਹਦਾ ਨਿਯੋਜਨ ਦਿੱਤਾ ਸੀ ਵੀ ਤੁਸੀਂ ਆ ਜਾਓ ਉਹਦੇ ਵਿੱਚ ਪਾਰਟਿਸਿਪੇਟ ਕਰੋ। ਇਸ ਸਾਲ ਫੇਰ ਪਿਛਲੇ ਸਾਲ ਅਸੀਂ 3 ਮਈ ਨੂੰ ਮਨਾਇਆ ਸੀ ਉੱਥੇ ਉਹ, ਕਿਉਂਕਿ ਜੇ ਅਸੀਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਨਹੀਂ ਕਰਦੇ ਹੈ, ਪ੍ਰੈਸ ਨੂੰ ਇਨਕਰੇਜ ਨਹੀਂ ਕਰਦੇ ਹੈ, ਪ੍ਰੈਸ ਨੂੰ ਉਹ ਓਪਰਚੁਨਿਟੀਆਂ ਪ੍ਰੋਵਾਈਡ ਨਹੀਂ ਕਰਦੇ ਹੈ ਕਿ ਉਹ ਲੋਕਾਂ ਦੀ ਗੱਲ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਵੇ। ਜੇ ਉਹ ਉਸ ਤਰ੍ਹਾਂ ਦੇ ਸਾਧਨ ਉਹਨਾਂ ਕੋਲ ਨਹੀਂ ਹੈਗੇ ਤਾਂ ਫਿਰ ਮੀਡੀਆ ਅਕੋਰਡਿੰਗ ਟੂ ਮਾਈ ਥਿੰਕਿੰਗ ਉਹ ਬਾਇਸ ਹੋ ਜਾਂਦਾ, ਨਿਰਪੱਖ ਨਹੀਂ ਰਹਿੰਦਾ ਹੈ। ਇੱਥੇ ਅਸੀਂ BC ਦੇ ਵਿੱਚ ਦੇਖਿਆ ਬਹੁਤ ਸਾਰੇ ਜਿਹੜੇ ਰੇਡੀਓ ਸ਼ੋਜ਼ ਨੇ, ਮੈਨੀ ਆਫ ਦੈਮ ਆਰ ਕਵਰਡ ਅੰਡਰ CRTC। ਉਹਨਾਂ ਦੀ ਜਿਹੜਾ ਸਟੈਂਡਰਡ ਹੈ ਉਹਦਾ ਸਾਰਾ ਬਹੁਤ ਵਧੀਆ, ਸਾਰਾ ਕੁਛ ਚੱਲਦਾ। ਉਹ ਸਮ ਜਿਹੜੇ ਹੈਗੇ ਇੰਡੀਪੈਂਡੈਂਟ, ਉਹਨਾਂ ਦੀ ਜਿਹੜੀ ਬ੍ਰੌਡਕਾਸਟਿੰਗ ਸਟੈਂਡਰਡ ਹੈ ਇਸ not really very respectful in many ways। ਸੋ ਉਹਦੇ ਵਿੱਚ ਜਿਹੜੇ ਪੰਜਾਬੀ ਪ੍ਰੈਸ ਕਲੱਬ ਦੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਸ ਤਰ੍ਹਾਂ ਦੇ ਬੰਦੇ, ਉਸ ਤਰ੍ਹਾਂ ਦੇ ਹੋਸਟ, ਉਸ ਤਰ੍ਹਾਂ ਦੇ ਜਿਹੜੇ ਅਦਾਰੇ ਨੇ ਉਹ ਲੋਕਾਂ ਦੇ ਉੱਤੇ ਪਰਸਨਲ ਅਟੈਕ ਕਰਦੇ ਨੇ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਚੈੱਕ ਕਰਨਾ। ਮੈਂ ਕਈ ਵਾਰੀ ਇਹ ਵੀ ਦੇਖਿਆ ਕਿ ਜਦੋਂ ਕੋਈ ਗੱਲ ਹੁੰਦੀ ਆ ਉਹ ਜੋ ਕਿਸੇ ਦੇ ਉੱਤੇ ਸਟੇਟਮੈਂਟ ਦੇਣੀ ਆ, ਇਨ ਇੰਗਲਿਸ਼ ਆਪਾਂ ਕਹਿੰਦੇ ਇਸ ਅਲੈਜਡ that something happened। ਉਹ ਜਿਹੜਾ ਪੰਜਾਬੀ ਦੇ ਵਿੱਚ ਕਿ ਉਹ ਸਿੱਧੇ ਪੈ ਜਾਂਦੇ ਨੇ ਜੀ ਉਹਨੇ ਤਾਂ ਐਂ ਕੀਤਾ, ਉਹਨੇ ਐਂ ਕੀਤਾ। ਉਹ ਮੈਂ ਇੱਕ ਵਾਰੀ ਸੋਚਦਾ ਨਾ ਵੀ ਇਹਨਾਂ ਦੇ ਉੱਤੇ ਬੜਾ ਲਾਇਬਲਸ ਜਾਂ ਇਹ ਸਟੇਟਮੈਂਟ ਆ, ਕਿਸੇ ਨੇ ਇਹਨਾਂ ਤੇ ਕੋਈ ਕੇਸ ਕਰ ਦੇਣਾ, ਕਿਉਂਕਿ ਜਿੰਨੀ ਦੇਰ ਤੱਕ ਉਹ ਪ੍ਰੂਵ ਨਹੀਂ ਹੁੰਦਾ ਉਹ ਜਿਹੜੀ ਉਹਨਾਂ ਦੀ ਐਕੂਜੇਸ਼ਨ ਆ, ਉਨੀ ਦੇਰ ਤੱਕ ਤਾਂ ਯੂ ਕੈਨਟ ਮੇਕ ਏ ਕਨਕਲੂਸਿਵ ਸਟੇਟਮੈਂਟ। ਪਰ ਉਹ ਕਾਫੀ ਵਾਰੀ ਸੁਣਨ ਨੂੰ ਮਿਲਦਾ ਉਹ। ਸੋ ਇੱਥੇ ਜਦੋਂ ਅਸੀਂ ਨਸਲਵਾਦ ਦੀ ਗੱਲ ਕਰਦੇ ਹਾਂ, ਸਾਡੇ ਨਾਲ ਬਹੁਤ ਨਸਲਵਾਦ ਹੋਇਆ, ਅਜੇ ਵੀ ਹੁੰਦਾ। ਇਸੇ ਤਰ੍ਹਾਂ ਜਿਹੜੇ ਇੱਥੇ ਇੰਡੀਜਨਸ ਲੋਕ ਨੇ ਉਹਨਾਂ ਦੇ ਨਾਲ ਬੜਾ ਨਸਲਵਾਦ ਹੋਇਆ, ਅਜੇ ਵੀ ਹੁੰਦਾ। ਉਸ ਚੀਜ਼ ਨੂੰ ਰੋਕਣ ਦੇ ਲਈ ਜਿਹੜਾ ਮੀਡੀਆ ਕੈਨ ਪਲੇ ਅ ਵੈਰੀ ਇੰਪੋਰਟੈਂਟ ਕੰਸਟਰਕਟਿਵ ਪ੍ਰੋਡਕਟਿਵ ਰੋਲ। ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਇੰਡੀਅਨ ਮੀਡੀਆ, ਪੰਜਾਬੀ ਮੀਡੀਆ ਕਹਿ ਲਓ, ਉਹਦੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਿਹੜੇ ਇੱਥੋਂ ਦੇ ਨੇਟਿਵਸ ਨੇ, ਇਹ ਜਿਹੜੇ ਇੱਥੇ ਇਹਨਾਂ ਦੇ ਇੰਡੀਜਨਸ ਲੋਕ ਨੇ, ਉਹਨਾਂ ਦੀ ਸਟੋਰੀ ਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਸ਼ੇਅਰ ਕਰਨਾ। ਬਹੁਤ ਸਾਰੇ ਨਵੇਂ ਲੋਕ ਜਿਹੜੇ ਆਏ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਨੇਟਿਵ ਇੰਡੀਅਨ ਹੈ ਕੌਣ। ਇਹੀ ਕਹਿੰਦੇ ਜੀ ਉਹ ਲਾਲ ਭਾਰਤੀ ਨੇ, ਉਹ ਇਹ ਨੇ, ਉਹ ਡਿਸਮਿਸਲ ਕਰ ਦਿੰਦੇ, ਤਾਂ ਜੀ ਵੈਲਫੇਅਰ 'ਤੇ ਚਲੇ ਜਾਂਦੇ ਨੇ। ਨੋਬਡੀ ਟਰਾਈ ਟੂ ਪੇ ਅਟੈਂਸ਼ਨ ਕਿ ਉਹ ਜਿਹੜੇ ਜਿਸ ਦੇਸ਼ ਵਿੱਚ ਅਸੀਂ ਆਏ ਹਾਂ ਇਹ ਉਹਨਾਂ ਲੋਕਾਂ ਦਾ ਮੁਲਕ ਸੀ ਜਿਹੜੇ ਕਿਤੇ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਨੇ। ਉਹਨਾਂ ਦੀ ਜ਼ਮੀਨ ਆ ਕੇ ਅਸੀਂ ਖੋਹੀ ਆ, ਚਾਹੇ ਅਸੀਂ ਜਿਹੜੇ ਕੋਲੋਨਾਈਜ਼ਰ ਸੀਗੇ ਇੰਗਲੈਂਡ ਤੋਂ, ਫਰਾਂਸ ਤੋਂ, ਸਪੇਨ ਤੋਂ, ਜਾਂ ਜਿਹੜੇ ਰੀਸੈਂਟ ਇਮੀਗ੍ਰੈਂਟਸ ਨੇ। ਸਟਿਲ ਵੀ ਹੈਵ ਮੋਰ ਪ੍ਰਿਵਿਲੇਜਸ ਦੈਨ ਦੇ ਹੈਵ। ਸੋ ਉਹਨਾਂ ਦੀ ਸਟੋਰੀ ਨੂੰ ਦੱਸਣ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਪਲੀਜ਼ ਮੇਕ ਸ਼ੋਰ ਯੂ ਰਾਈਟ
ਸਮ ਆਰਟੀਕਲ ਜਾਂ ਉਹਨਾਂ ਦੇ ਕੋਈ ਟਾਕ ਸ਼ੋਅ ਜਾਂ ਉਹਨਾਂ ਦੇ ਬਾਰੇ ਕੋਈ ਟੀਵੀ ਦੇ ਉੱਤੇ ਕੋਈ ਪ੍ਰੋਗਰਾਮ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਉਹਨਾਂ ਨੂੰ ਵੀ ਆਪਣੇ ਬਰਾਬਰ ਦੀ ਗੱਲ ਕਰ ਸਕੀਏ, ਰਿਸਪੈਕਟ ਕਰ ਸਕੀਏ। ਸੋ ਉਸ ਕਰਕੇ ਮੈਂ ਫਸਟ ਟਾਈਮ ਇਨ ਦ ਹਿਸਟਰੀ ਆਫ ਬ੍ਰਿਟਿਸ਼ ਕੋਲੰਬੀਆ ਐਜ਼ ਅ ਸਪੀਕਰ ਪਹਿਲੀ ਵਾਰੀ ਮੈਂ ਸਪੀਕਰ ਦੇ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਰੈਕਨਸੀਲੀਏਸ਼ਨ ਪ੍ਰੋਗਰਾਮ। ਉਹ ਰੈਕਨਸੀਲੀਏਸ਼ਨ ਐਂਡ ਟਰੂਥ ਪ੍ਰੋਗਰਾਮ ਜਿਹੜਾ ਮੈਂ ਕੀਤਾ, ਆਈ ਐਮ ਰੀਚਿੰਗ ਆਊਟ ਟੂ ਆਲ ਇੰਡੀਜੀਨਸ ਜਿਹੜੇ ਆਪਣੇ ਨੇਸ਼ਨਸ ਨੇ, ਡਿਫਰੈਂਟ ਨੇਸ਼ਨਸ, ਟੂ ਲਰਨ ਫਰੋਮ ਦੈਮ, ਉਹਨਾਂ ਦੀ ਗਾਈਡੈਂਸ ਲੈਣ ਵਾਸਤੇ। ਤੁਸੀਂ ਸਾਰੇ ਬਹੁਤ ਪੜ੍ਹੇ ਲਿਖੇ ਹੋ, ਪ੍ਰੋਫੈਸਰ ਗੁਰਵਿੰਦਰ ਹੋਣਾ ਨੇ ਤੇ ਇਹਦੇ ਬਾਰੇ ਕਾਫੀ ਵਾਰੀ ਗੱਲ ਕੀਤੀ ਆ ਕਿ ਜਦੋਂ ਅਸੀਂ ਇੱਥੇ ਪਹਿਲੀ ਵਾਰੀ ਇੱਥੇ ਆਏ ਸੀਗੇ ਕਿ ਸਾਨੂੰ ਵੋਟ ਪਾਉਣ ਦਾ ਹੱਕ ਤਾਂ 1907 ਵਿੱਚ ਲਿਆ ਗਿਆ ਸੀ ਨਾ, ਉਦੋਂ ਪਹਿਲਾਂ ਵੀ ਜਿਹੜੇ ਸਾਡੇ ਵਰਗੇ ਲੋਕ ਸੀ, ਰੰਗਦਾਰ ਲੋਕ ਸੀ, ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਜਾਣ ਦਾ ਦੂਰ ਦੀ ਗੱਲ, ਉਹਨਾਂ ਨੂੰ ਬਾਹਰ ਨਹੀਂ ਖੜਨ ਦਿੱਤਾ ਜਾਂਦਾ ਸੀ। ਸੋ ਅੱਜ ਅਸੀਂ ਉਸ ਚੀਜ਼ ਤੋਂ ਕਾਫੀ ਅੱਗੇ ਆ ਚੁੱਕੇ ਹਾਂ। ਵੀ ਹੈਵ ਮੇਡ ਲਾਟਸ ਆਫ ਅਚੀਵਮੈਂਟ, ਲੇਕਿਨ ਉਹ ਜਿਹੜੀ ਸਾਡੀ ਜਰਨੀ ਆ ਉਹ ਹਜੇ ਪੂਰੀ ਨਹੀਂ ਹੋਈ ਹੈਗੀ। ਉਹ ਜਰਨੀ ਨੂੰ ਕੰਪਲੀਟ ਕਰਨ ਵਾਸਤੇ ਜਿਹੜਾ ਮੀਡੀਆ ਦਾ ਰੋਲ ਆ, ਇਜ਼ ਦ ਬੈਸਟ ਰੋਲ। ਤੋਂ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਸਿਰਫ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਪਲੀਜ਼ ਟੇਕ ਯੂਰ ਰਿਸਪੋਂਸਿਬਿਲਿਟੀ ਸੀਰੀਅਸਲੀ, ਕਿਉਂਕਿ ਤੁਹਾਡੇ ਹੱਥ ਦੇ ਵਿੱਚ ਕਲਮ ਆ, ਤੁਹਾਡੇ ਹੱਥ ਦੇ ਵਿੱਚ ਮਾਈਕ ਆ, ਤੁਹਾਡੇ ਹੱਥ ਦੇ ਵਿੱਚ ਕੈਮਰਾ, ਅਤੇ ਤੁਸੀਂ ਉਸ ਚੀਜ਼ ਨੂੰ ਜਿਹੜਾ ਪ੍ਰੋਡਕਟਿਵਲੀ, ਕੰਸਟਰਕਟਿਵਲੀ ਜਿਹੜਾ ਲਿਜਾ ਸਕਦੇ ਹੋ, ਦੈਟ ਵੀ ਸ਼ੁੱਡ ਡੂ। ਤਾਂ ਹੀ ਆਪਣੀ ਕਮਿਊਨਿਟੀ ਤਰੱਕੀ ਕਰੂਗੀ। ਕਿਉਂਕਿ ਹੁਣ ਜਿਹੜੇ ਇੱਥੇ ਆਪਾਂ ਸਾਰੇ ਬੈਠੇ ਹਾਂ, ਵੀ ਆਰ ਨਾਟ ਯੰਗ ਪੀਪਲ। ਹੁਣ ਜਿਹੜੀ ਨੈਕਸਟ ਜਨਰੇਸ਼ਨ ਆ ਰਹੀ ਆ, ਖਾਸ ਕਰਕੇ ਜਿਹੜੇ ਹੁਣ ਨਵੇਂ ਇਮੀਗ੍ਰੈਂਟ ਆ ਰਹੇ ਨੇ, ਉਹਨਾਂ ਦਾ ਸਾਡੇ ਇਤਿਹਾਸ ਦਾ ਪਤਾ ਹੀ ਨਹੀਂ ਗਾ। ਕਾਮਾਗਾਟਾ ਮਾਰੂ ਤਾਂ ਬਹੁਤ ਦੂਰ ਦੀ ਗੱਲ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੈਨੇਡੀਅਨ ਫਾਰਮ ਵਰਕ ਯੂਨੀਅਨ ਵੀ ਬਣਾਈ ਸੀ 70s 80s ਦੇ ਵਿੱਚ। ਦੇ ਡੋਂਟ ਇਵਨ ਨੋ ਦੈਟ। ਸੋ ਉਹ ਜਿਹੜੀ ਸਟੋਰੀ ਆ, ਆਪਣਾ ਇਤਿਹਾਸ ਹੈ, ਜਿੰਨੀ ਦੇਰ ਅਸੀਂ ਆਪਣੇ ਇਤਿਹਾਸ ਨੂੰ ਕੰਸਟਰਕਟਿਵ ਤਰੀਕੇ ਨਾਲ ਪਬਲਿਕ ਦੇ ਵਿੱਚ, ਲੋਕਾਂ ਵਿੱਚ ਆਪ ਨਹੀਂ ਲੈ ਕੇ ਜਾਵਾਂਗੇ, ਹੋਰ ਕਿਸੇ ਨੇ ਸਾਡੇ ਲਈ ਕੁਛ ਨਹੀਂ ਕਰਨਾ ਹੈ। ਸੋ ਤੁਹਾਨੂੰ, ਮੈਨੂੰ, ਆਪਾਂ ਸਾਰਿਆਂ ਨੂੰ ਆਪਣੇ ਹੱਕਾਂ ਲਈ ਆਪ ਖੁਦ ਸਟਰਗਲ ਕਰਨੀ ਪੈਣੀ ਆ। ਇਫ ਵੀ ਵੋਂਟ ਡੂ ਇਟ ਆਵਰਸੈਲਫ, ਨੋਬਡੀ ਇਜ਼ ਗੋਇੰ ਟੂ ਡੂ ਫਾਰ ਅਸ। ਸੋ ਇੰਨਾ ਹੀ ਕਹਿੰਦਾ ਮੈਂ ਆਗਿਆ ਲੈਣਾ। ਥੈਂਕ ਯੂ ਸੋ ਮਚ। ਹੋਪਫੁਲੀ ਲੇਟਰ ਔਨ ਵੀ ਵਿਲ ਹੈਵ ਫਰਦਰ ਕੁਐਸਚਨ। ਥੈਂਕ ਯੂ। ਜਿੱਥੇ ਇੰਨੇ ਬੁੱਧੀਜੀਵੀ ਇੱਕ ਰੂਮ 'ਚ ਇਕੱਠੇ ਹੋਣ, ਉੱਥੇ ਬੋਲਣਾ ਬਹੁਤ ਔਖਾ ਹੁੰਦਾ, ਤਾਂ ਉਹ ਘਟਨਾ ਹੀ ਮੈਨੂੰ ਆ ਰਹੀ ਹੈ ਇਸ ਟਾਈਮ। ਪਰ ਜਿਸ ਤੋਂ ਪਹਿਲਾਂ ਕਿ ਮੈਂ ਇਸ ਟਾਕ ਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ ਜਾਵਾਂ, I want you to look around the room. ਆਪਣੀ ਝਾਤੀ ਮਾਰੋ ਵੀ ਜਦੋਂ ਅਸੀਂ ਕੈਨੇਡਾ ਆਏ ਸੀ, ਜਿਵੇਂ ਆਪਾਂ ਗੱਲ ਕੀਤੀ ਕਿ ਮੁੱਠੀ ਭਰ ਉਦੋਂ ਅਦਾਰੇ ਸੀ ਜਿਹੜੇ ਨਿਊਜ਼ ਦਿੰਦੇ ਹੁੰਦੇ ਸੀਗੇ। ਸੋ ਇਸ ਚੀਜ਼ ਨੂੰ ਪਹਿਲਾਂ ਤਾਂ ਸੈਲੀਬ੍ਰੇਟ ਕਰਨ ਲਈ ਤਾੜੀਆਂ ਆਪਦੇ ਲਈ ਜ਼ਰੂਰ ਮਾਰੋ। ਸਕਸੈਸ ਸਾਡਾ ਕਲੈਕਟਿਵ ਸਕਸੈਸ ਹੈ ਨਾ, ਜਿਹੜਾ ਕਿ ਆਪਣੇ ਕੋਲੇ ਮੀਡੀਏ ਦੀ ਇੱਕ ਪਲੇਟਫਾਰਮ ਹੋਣਾ, ਉਹ ਵੀ ਉਹ ਏਡੇ ਵੱਡੇ ਲੈਵਲ 'ਤੇ, ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਆ। ਖੁਸ਼ੀ ਦੀ ਗੱਲ ਕਿਉਂ ਆ? ਕਿਉਂਕਿ ਮੇਰਾ ਹੁਣ ਰੋਲ ਥੋੜ੍ਹਾ ਚੇਂਜ ਹੋਇਆ ਸਰੀ ਪੁਲਿਸ ਸਰਵਿਸ, ਪਰ ਉਹ ਟਰਾਮਾ ਜੋ ਕਮਿਊਨਿਟੀ 'ਚ ਮੈਂ ਦੇਖਿਆ, ਉਹਦੀ ਮੈਂ ਥੋੜ੍ਹੀ ਜਿਹੀ ਗੱਲ ਜ਼ਰੂਰ ਕਰੂੰਗਾ ਕਿ ਜਦੋਂ ਕੋਈ ਵੀ ਸਾਡਾ ਨਿਆਣਾ ਗੈਂਗ 'ਚ ਮਾਰਿਆ ਜਾਂਦਾ, ਉਹਦੀ ਮੇਨ ਸਟਰੀਮ ਮੀਡੀਆ 'ਤੇ ਹੈਡਲਾਈਨ 'ਤੇ ਫੋਟੋ ਆਉਂਦੀ ਆ, ਖਬਰ ਆਉਂਦੀ ਆ। ਜੇ ਸਾਡਾ ਕੋਈ ਨਿਆਣਾ ਗੋਲਡ ਮੈਡਲ ਲੈ ਕੇ ਆਉਂਦਾ, ਉਹਦੀ ਵੀ ਚੌਥੇ 5ਵੇਂ ਪੰਨੇ 'ਤੇ ਛੋਟੀ ਜਿਹੀ ਖਬਰ ਲੱਗਦੀ ਆ। ਹੁਣ ਜਿਹੜਾ ਇਹ ਸਾਡਾ ਪਲੇਟਫਾਰਮ ਹੈ, ਇਹਨੂੰ ਅਸੀਂ ਕਿਵੇਂ ਯੂਜ਼ ਕਰਨਾ, ਇਹ ਆਪਣੇ ਆਪ ਦੇ 'ਤੇ ਆ। ਸੋ ਕਿਉਂ ਨਾ ਅਸੀਂ ਇਹਨੂੰ ਇੱਕ ਬਹੁਤ ਪੋਜ਼ੀਟਿਵ ਤਰੀਕੇ ਨਾਲ ਯੂਜ਼ ਕਰੀਏ। ਜਿਹੜੇ ਸਾਡੇ ਬੱਚੇ ਕਿਸੇ ਵੀ ਕਮਿਊਨਿਟੀ ਦੇ ਹੋਣ, ਮਾਰਜਨਲਾਈਜ਼ ਕਮਿਊਨਿਟੀਜ਼ ਦੇ ਹੋਣ, ਉਹਨਾਂ ਨੂੰ ਹਾਈਲਾਈਟ ਕਰੀਏ। ਹੁਣ ਗੱਲ ਤੁਸੀਂ ਕੀਤੀ ਬੁਲਿੰਗ ਦੀ, ਉਸ ਤੋਂ ਪਹਿਲਾਂ ਜਾਣ ਤੋਂ ਮੈਂ ਇਹ ਕਹੂੰਗਾ ਕਿ ਸਰੀ ਪੁਲਿਸ ਸਰਵਿਸ ਵੱਲੋਂ ਅਸੀਂ ਬਹੁਤ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ ਤੁਹਾਡੇ, ਜਿਨ੍ਹਾਂ ਨੇ ਹਮੇਸ਼ਾ ਸਾਡੇ ਇਨੀਸ਼ੀਏਟਿਵ ਨੂੰ ਸਪੋਰਟ ਕੀਤਾ ਔਰ ਸਮੇਂ ਸਿਰ ਸਾਨੂੰ ਕੁਐਸਚਨ ਵੀ ਕੀਤੇ। ਉਹ ਵੀ ਬਹੁਤ ਜ਼ਰੂਰੀ ਹੈ। ਅਕਾਊਂਟੇਬਿਲਿਟੀ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਚਾਹੇ ਕੋਈ ਵੀ ਅਦਾਰਾ ਹੋਵੇ। ਅਤੇ ਜੋ ਮੈਂ ਦੇਖ ਰਿਹਾ ਰੂਪਰੇਖਾ ਇਸ ਪ੍ਰੋਗਰਾਮ ਦੀ, ਇਟ ਇਜ਼ ਅਬਾਊਟ ਅਕਾਊਂਟੇਬਿਲਿਟੀ ਔਨ ਦ ਮੀਡੀਆ ਫਰੰਟ ਐਜ਼ ਵੈਲ। ਕਿ ਜਦੋਂ ਮੈਂ ਪਹਿਲਾਂ ਪੜ੍ਹਿਆ ਨਾ ਇਹਦੇ ਬਾਰੇ ਕਿ ਸਟਾਪ ਬੁਲਿੰਗ ਬਾਈ ਮੀਡੀਆ, ਮੈਨੂੰ ਐਂ ਲੱਗਿਆ ਕਿ ਟਾਈਪੋ ਹੋ ਗਈ ਕੋਈ, ਇਹਦੇ 'ਚ ਇਹਦਾ ਸਿਰਲੇਖ ਜਿਹੜਾ ਹੋਰ ਹੋਣਾ ਚਾਹੀਦਾ ਸੀ। ਸੋ ਫਿਰ ਮੈਂ ਪੁੱਛਿਆ, ਗੱਲਬਾਤ ਕੀਤੀ, ਅਤੇ ਉਹਨਾਂ ਨੇ ਦੱਸਿਆ ਕਿ ਹਾਂ ਨਹੀਂ, ਐਕਚੁਅਲੀ ਅਸੀਂ ਇਸੇ ਗੱਲ ਬਾਰੇ ਗੱਲ ਕਰ ਰਹੇ। ਸੋ ਇਹ ਇੱਕ ਬੜਾ ਮੇਰੇ ਹਿਸਾਬ ਨਾਲ ਕਿ ਆਪਾਂ ਅੱਗੇ ਨੂੰ ਤੁਰ ਰਹੇ ਲਈ ਪਰਤ ਤੁਸੀਂ ਪਾ ਰਹੇ ਹਾਂ ਨਾ, ਵੀ ਓਪਨਲੀ ਅਸੀਂ ਇਸ ਚੀਜ਼ ਬਾਰੇ ਗੱਲ ਕਰ ਰਹੇ ਹਾਂ ਕਿ ਅਸੀਂ ਬੁਲਿੰਗ ਕਰ ਰਹੇ ਹਾਂ ਐਜ਼ ਅ ਮੀਡੀਆ। ਸੋ ਬਹੁਤ ਵਧੀਆ ਗੱਲ ਹੈ, ਤੁਸੀਂ ਇੱਕ ਸ਼ਾਬਾਸ਼ ਦੇ ਪਾਤਰ ਵੀ ਹੋ, ਤੁਹਾਨੂੰ ਹੱਕਦਾਰ ਹੋ ਇਸ ਗੱਲ ਦੇ। ਸਰੀ ਪੁਲਿਸ ਸਰਵਿਸ ਦੀ ਜਿੱਥੋਂ ਗੱਲ ਆਉਂਦੀ ਹੈ, ਵੀ ਵਾਂਟ ਓਪਨ ਐਂਡ ਟਰਾਂਸਪੇਰੈਂਟ ਡਾਇਲੋਗ।
ਕਿ ਅਸੀਂ ਇੱਕ ਨਵੀਨ ਪੁਲਿਸ ਸਰਵਿਸ ਚੱਲ ਰਹੇ ਹਾਂ ਸ਼ਹਿਰ ਦੇ ਵਿੱਚ। ਆਪਾਂ ਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਜਿਹੜੀ ਮਿਲ ਗਈ ਹੈਗੀ ਗ੍ਰੀਨ ਲਾਈਟ, ਤੇ ਉਹਨੂੰ ਟਾਈਮ ਲੱਗੂਗਾ। ਹਰ ਚੀਜ਼ ਨੂੰ ਏਡੇ ਵੱਡੇ ਉਦਮ ਨੂੰ ਉਹਨੂੰ ਪੂਰਾ ਖੇਡਣ ਲਈ ਟਾਈਮ ਲੱਗੂਗਾ। ਸੋ ਉਹਦੇ ਲਈ ਸਾਨੂੰ ਥੋੜ੍ਹਾ ਜਿਹੜਾ ਸਾਥ ਹੈ ਉਹ ਲਗਾਤਾਰ ਬਣਿਆ ਰਵੇ। ਅਸੀਂ ਇਹਦੀ ਆਸ ਕਰਦੇ ਹਾਂ। ਪਰ ਉਹਦੇ ਨਾਲ ਅਗੇਨ ਗੋ ਬੈਕ ਟੂ ਅਕਾਊਂਟੇਬਿਲਿਟੀ, ਕਿ ਅਸੀਂ ਹਰ ਇੱਕ ਬੰਦੇ ਦੀ ਹਰ ਇੱਕ ਇਨਸਾਨ ਦੀ ਸ਼ੈਲਫ ਲਾਈਫ ਹੁੰਦੀ ਹੈ। ਜਿਹੜੇ ਵੀ ਅਸੀਂ ਹੁਣ ਜੁੜੇ ਇਸ ਇਨੀਸ਼ੀਏਟਿਵ ਨਾਲ, ਅਸੀਂ ਕਿਸੇ ਨੇ ਰਿਟਾਇਰ ਹੋ ਜਾਣਾ, ਕਿਸੇ ਨੇ ਕੁਛ, ਤੇ ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਜਿਹੜਾ ਮੀਡੀਆ ਦਾ ਜਿਹੜਾ ਕੁਐਸਚਨ ਕਰਨ ਦੀ ਜਿਹੜੀ ਤੁਹਾਡਾ ਹੱਕ ਹੈਗਾ ਉਹ ਜ਼ਰੂਰ ਜਿਉਂਦਾ ਰੱਖਿਓ। ਕਿਉਂਕਿ ਅਲਟੀਮੇਟਲੀ ਆਪਾਂ ਪੁਲਿਸ ਸਰਵਿਸ ਸਰਚ ਕਿਹਦੇ ਲਈ ਰਹੇ ਹਾਂ? ਅਗਲੀਆਂ ਜਨਰੇਸ਼ਨ ਲਈ ਕਰ ਰਹੇ ਹਾਂ ਕਿ ਕ੍ਰਾਈਮ ਘਟੇ ਸਾਡੇ ਸ਼ਹਿਰ 'ਚੋਂ, ਅਸੀਂ ਇਸ ਸ਼ਹਿਰ ਨੂੰ ਹੋਰ ਸੋਹਣਾ ਬਣਾਈਏ। ਮੈਂ ਕੱਲ੍ਹ ਸਰੀ ਦੀ ਗੱਲ ਨਹੀਂ ਕਰਦਾ। ਆਈ ਵਾਂਟ ਦ ਸਿਟੀ ਪੁਲਿਸ ਸਰਵਿਸ ਟੂ ਬੀ ਮਾਡਲ, ਵੀ ਇਸ ਮਾਡਲ ਨੂੰ ਅਸੀਂ ਹੋਰ ਸ਼ਹਿਰਾਂ 'ਚ ਵੀ ਲੈ ਕੇ ਜਾਈਏ। ਉਹ ਤਾਂ ਹੋਊਗਾ ਜੇ ਅਸੀਂ ਥਾਟ ਲੀਡਰ ਬਣਾਂਗੇ। ਤੇ ਥਾਟ ਲੀਡਰ ਕਿਵੇਂ ਬਣਾਂਗੇ? ਜੇ ਅਸੀਂ ਕਮਿਊਨਿਟੀ ਨੂੰ ਜਵਾਬਦੇਹ ਹੋਵਾਂਗੇ, ਕਮਿਊਨਿਟੀ ਦੀਆਂ ਕੀ ਲੋੜਾਂ, ਕੀ ਮੰਗਾਂ, ਔਰ ਉਹਦੇ 'ਚ ਮੀਡੀਆ ਵੀ ਆਉਂਦਾ। ਤੋ ਮੀਡੀਆ ਦੀ ਜਦੋਂ ਬੁਲਿੰਗ ਦੀ ਗੱਲ ਆਪਾਂ ਕਰਦੇ ਹਾਂ, ਕੀ ਹੈ ਬੁਲਿੰਗ, ਹੈ ਕੀ? ਇਹਦੇ ਬਾਰੇ ਵੀ ਬਹੁਤ ਗੱਲ ਕਰਨ ਦੀ ਲੋੜ ਆ ਆਪਾਂ ਨੂੰ, ਕਿ ਆਪਾਂ ਸ਼ਬਦ ਯੂਜ਼ ਕਰਦੇ ਹਾਂ ਬੁਲਿੰਗ, ਸਕੂਲਾਂ 'ਚ ਵੀ ਹੁੰਦੀ ਹੈ, ਪੁਲਿਸ ਵੀ ਕਰਦੀ ਹੈ ਬੁਲਿੰਗ ਕਈ ਵਾਰ। ਸੋ ਉੱਥੇ ਜਦੋਂ ਆਪਾਂ ਦੇਖਦੇ ਹਾਂ ਕਿ ਐਂਟੀ ਪੁਲਿਸ ਸੈਂਟੀਮੈਂਟ ਸੋਸ਼ਲ ਮੀਡੀਆ 'ਤੇ ਬਹੁਤ ਨਾਰਥ ਅਮਰੀਕਾ 'ਚ ਹਾਵੀ ਹੋਇਆ, ਉਹ ਕਿਉਂ ਹੋਇਆ? ਐਕਸੈਸਿਵ ਫੋਰਸ ਯੂਜ਼ ਕਰਨੀ ਜਾਂ ਮਾਰਜਨਲਾਈਜ਼ ਕਮਿਊਨਿਟੀ ਨੂੰ ਹੋਰ ਦੱਬ ਕੇ ਰੱਖਣਾ। ਸੋ ਜਿਹੜੀ ਧੌਂਸ ਦੀ ਗੱਲ ਹੈ ਨਾ, ਉਹ ਹਰ ਅਦਾਰੇ 'ਚ ਹੁੰਦੀ, ਤੇ ਉਹਨੂੰ ਵਾਸ਼ ਆਊਟ ਕਰਨਾ ਬਹੁਤ ਜ਼ਰੂਰੀ ਹੈ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਹੁਣ ਜਿਹੜਾ ਮੇਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ, ਉਹ ਚੀਫ ਦੇ ਆਫਿਸ 'ਚ ਦਿੱਤੀ ਗਈ ਹੈ, ਐਕੁਇਟੀ, ਡਾਇਵਰਸਿਟੀ, ਇਨਕਲੂਜਨ ਤੇ ਹਿਊਮਨ ਰਾਈਟਸ ਯੂਨਿਟ ਨੂੰ ਖੜਾ ਕਰਨ, ਔਰ ਉਹਦੇ ਨਾਲ ਇੰਡੀਜਨਸ ਰਿਲੇਸ਼ਨ ਯੂਨਿਟ ਵੀ ਮੈਂ ਲੀਡ ਕਰੂੰਗਾ। ਸੋ ਇਹ ਇੱਕ ਕਹਿ ਲਓ ਕਿ ਨਵੀਂ ਪਰਤ ਪੈ ਰਹੀ ਹੈ ਕਿ ਸਾਨੂੰ ਇਹੋ ਜਿਹੇ ਜਿਹੜੇ ਪੋਰਟਫੋਲੀਓ ਦਿੱਤੇ ਜਾ ਰਹੇ, ਇਹ ਤੁਹਾਡੇ ਸਾਥ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਕਲਮ ਦੀ ਆਪਾਂ ਗੱਲ ਕੀਤੀ ਹੈ, ਹਿਸਟਰੀ ਚੱਕ ਕੇ ਦੇਖ ਲਓ, ਤਲਵਾਰ ਨਾਲੋਂ ਵੀ ਜ਼ਿਆਦਾ ਕਈ ਵਾਰੀ ਜਿਹੜੀ ਐਕਚੁਅਲੀ ਮੋਸਟ ਆਫ ਦਾ ਟਾਈਮ ਕਲਮ ਜ਼ਿਆਦਾ ਇਫੈਕਟਿਵ ਹੁੰਦੀ ਹੈ। ਉਹਨੂੰ ਤੁਸੀਂ ਕਿਵੇਂ ਯੂਜ਼ ਕਰਨਾ? ਹੁਣ ਮੈਂ ਕਲਮ ਦਾ ਮਤਲਬ ਮੇਰਾ ਕੈਮਰਾ ਵੀ ਆ, ਮਾਈਕ ਵੀ ਆ, ਤੁਹਾਡੇ ਨਿਊਜ਼ਪੇਪਰ, ਟੀਵੀ ਚੈਨਲ ਜੋ ਵੀ ਹੈਗੇ, ਉਹਨੂੰ ਕਿਵੇਂ ਯੂਜ਼ ਕਰਨਾ ਇਹ ਬੜਾ ਜ਼ਿੰਮੇਵਾਰੀ ਦਾ ਕੰਮ ਹੈ, ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ। ਮੀਡੀਆ ਆਪਸ 'ਚ ਕਿਵੇਂ ਗੱਲਬਾਤ ਕਰਦਾ, ਅਸੀਂ ਕਿਵੇਂ ਇਨਕਲੂਸਿਵ ਇੱਕ ਇਨਵਾਇਰਨਮੈਂਟ ਕ੍ਰੀਏਟ ਕਰਨਾ ਹੈ, ਔਰ ਉਹ ਇੱਕ ਬਲੇਮ ਗੇਮ ਤੋਂ ਪਾਸੇ ਹੋ ਕੇ ਜੇ ਆਪਾਂ ਹਰ ਜਿਵੇਂ ਆਹ ਡਾਇਲੌਗ ਸ਼ੁਰੂ ਹੋਇਆ, ਫਿਰ ਜਿਹੜੇ ਲੋਕ ਇਸ ਗੱਲ 'ਚ ਲੱਗੇ ਹੋਏ ਉਹਨਾਂ ਨੂੰ ਆਪਾਂ ਐਜੂਕੇਟ ਤੇ ਅਵੇਅਰ ਕਿਵੇਂ ਕਰਨਾ ਕਿ ਜੋ ਗੱਲ ਤੁਸੀਂ ਮਾਈਕ ਤੇ ਕਰ ਰਹੇ ਹੋ ਉਹਦਾ ਜਿਹੜਾ ਅਸਰ ਕਿਸੇ ਤੇ ਕਿਵੇਂ ਹੋ ਰਿਹਾ। ਸੋ ਬੁਲਿੰਗ ਦੀ ਗੱਲ ਹੈ, ਇੱਕ ਤਾਂ ਇੰਟੈਂਸ਼ਨਲ ਐਫਰਟ ਹੁੰਦਾ ਬੁਲਿੰਗ, ਦੂਸਰਾ ਇਹਦੇ 'ਚ ਪਾਵਰ ਇੰਬੈਲੈਂਸ ਹੁੰਦਾ। ਪਾਵਰ ਇੰਬੈਲੈਂਸ ਤਾਂ ਆਪੇ ਹੋ ਗਿਆ ਜੀ। ਹੁਣ ਕਿਸੇ ਇੱਕ ਅਦਾਰੇ ਕੋਲੇ ਮਾਈਕ ਫੜਿਆ ਹੋਇਆ, ਤੇ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਸੀ ਕਿ ਕੋਈ ਫੋਨ ਕਰਦਾ ਰੇਡੀਓ ਤੇ, ਉਹਦਾ ਫੋਨ ਕੱਟ ਦਿਓ, ਪਾਵਰ ਇੰਬੈਲੈਂਸ ਹੋ ਗਿਆ ਕਿ ਉਹ ਆਪਣੀ ਵਿਚਾਰ ਰੱਖ ਹੀ ਨਹੀਂ ਸਕਦਾ। ਸੋ ਇਸ ਤਰ੍ਹਾਂ ਦੀ ਜਿਹੜਾ ਵਨ ਵੇ ਟ੍ਰੈਫਿਕ ਹੈਗਾ ਨਾ ਧੌਂਸ ਦਾ, ਉਹ ਬੰਦ ਹੋਣਾ ਚਾਹੀਦਾ। ਪਰ ਹੋਊਗਾ ਜੇ ਆਪਾਂ ਕਲੈਕਟਿਵ ਅਵੇਅਰਨੈਸ ਆਪਣੀ ਕ੍ਰੀਏਟ ਕਰਾਂਗੇ ਐਜ਼ ਅ ਕਮਿਊਨਿਟੀ। ਕਿਉਂਕਿ ਅਸੀਂ ਕਿਹਨੂੰ ਮਾਡਲ ਬਣਾ ਰਹੇ ਹਾਂ? ਇੱਥੇ ਮਾਡਲ ਕੌਣ ਦੇਖ ਰਿਹਾ ਸਾਨੂੰ? ਕਿੰਨੇ ਕੁ ਸਾਡੇ ਨਿਆਣੇ ਸਾਡਾ ਰੇਡੀਓ ਅੱਜ ਸੁਣ ਰਹੇ ਆ, ਤੇ ਜੇ ਨਹੀਂ ਸੁਣ ਰਹੇ ਤਾਂ ਕਿਉਂ ਨਹੀਂ ਸੁਣ ਰਹੇ? ਦੈਟਸ ਦਾ ਕੁਐਸਚਨ ਵੀ ਨੀਡ ਟੂ ਆਸਕ। ਇਟਸ ਅ ਸਿੰਪਲ ਬਿਜ਼ਨਸ ਸਟ੍ਰੈਟਜੀ। ਕੋਈ ਵੀ ਬਿਜ਼ਨਸ ਜੇ ਉਹਦੇ ਕੋਲ 4 ਗਾਹਕ ਨਹੀਂ ਆ ਰਹੇ, ਉਹਨੂੰ ਦੇਖਣਾ ਪੈਣਾ ਕਿਉਂ ਨਹੀਂ ਆ ਰਹੇ ਜੀ, ਮੇਰੇ ਕੋਲ ਨਹੀਂ ਆ ਰਹੇ, ਕਿੱਥੇ ਜਾ ਰਹੇ? ਤੇ ਜੇ ਅਸੀਂ ਆਪਣੇ ਆਪ ਨੂੰ ਮੇਨ ਸਟ੍ਰੀਮ ਦੇ ਮੀਡੀਆ ਦੇ ਬਰਾਬਰ ਖੜੇ ਹੋਣਾ, ਸਾਨੂੰ ਉਹ ਮਿਆਰ ਵੀ ਪੈਦਾ ਕਰਨਾ ਪਊਗਾ। ਔਰ ਮੈਨੂੰ ਤੁਹਾਡੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ, ਤੁਹਾਡੇ ਕੋਲ ਬਹੁਤ ਜ਼ਿਆਦਾ ਵਿਦਵਤਾ ਹੈ, ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਪਰ ਕਈ ਵਾਰੀ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ 'ਚ ਇੱਕ ਪਰਸਨਲ ਗਰਜਸ ਦੇ ਕਰਕੇ ਕੋਈ ਚੀਜ਼ਾਂ ਇਹੋ ਜਿਹੀਆਂ ਕਹਿ ਦਿੰਦੇ ਆ ਜਿਹੜੀਆਂ ਬਹੁਤ ਹਰਟਫੁਲ ਹੁੰਦੀਆਂ। ਤੇ ਹਾਂ, ਵਿਚਾਰਾਂ ਦਾ ਮਤਭੇਦ ਸਾਡਾ ਹੋ ਸਕਦਾ, ਰੱਖੋ, ਹੋਣਾ ਵੀ ਚਾਹੀਦਾ ਕਿਉਂਕਿ ਉਹ ਕੰਸਟਰਕਟਿਵ ਹੈ। ਜਦੋਂ ਤੁਸੀਂ ਕਿਸੇ ਨਾਲ ਕੋਈ ਹੈਲਥੀ ਡਿਬੇਟ ਕਰਦੇ ਆ, ਉਹ ਵੀ ਚੰਗੀ ਗੱਲ ਹੈ, ਉਹਦੇ 'ਚ ਕੁਛ ਚੰਗਾ ਸਿੱਟਾ ਨਿਕਲੂਗਾ। ਕੌਨਫਲਿਕਟ ਇਜ਼ ਨਾਟ ਅ ਬੈਡ ਥਿੰਗ, ਇਟਸ ਅ ਲਰਨਿੰਗ ਓਪਰਚੁਨਿਟੀ। ਪਰ ਉਹ ਕੌਨਫਲਿਕਟ ਨੂੰ ਤੁਸੀਂ ਕਿਸ ਲੈਵਲ ਤੇ ਲੈ ਕੇ ਜਾਣਾ, ਉੱਥੇ ਤੁਹਾਡੀ ਸਿਆਣਪ ਜਿਹੜੀ ਸਾਰਿਆਂ ਦੀ ਉਹ ਸਾਹਮਣੇ ਆਉਣੀ। ਘਰ 'ਚ ਵੀ ਤੁਹਾਡੇ ਮਤਭੇਦ ਹੁੰਦੇ ਆ, ਅਦਾਰਿਆਂ 'ਚ ਮਤਭੇਦ ਹੁੰਦੇ ਆ। ਸੋ ਮੈਂ ਤਾਂ ਇਹੀ ਤੁਹਾਨੂੰ ਕਹਿਣਾ ਕਿ ਆਪਾਂ ਨੂੰ ਜਿਹੜਾ ਹੈਗਾ ਨਾ ਵਿਚਾਰ ਸਾਂਝੇ ਕਰੋ, ਉਹਨੂੰ ਇਸ ਲੈਵਲ ਤੇ ਗੰਦਲਾ ਨਾ ਕਰੋ ਉਸ ਚੀਜ਼ ਨੂੰ ਕਿ ਸਾਨੂੰ ਦੁਬਾਰਾ ਮਿਲਣ ਲੱਗੇ ਵੀ ਸ਼ਰਮ ਆਵੇ ਇੱਕ ਦੂਸਰੇ ਤੋਂ। ਕਿਉਂਕਿ ਅਲਟੀਮੇਟਲੀ ਤੁਸੀਂ ਸਾਰੇ ਇੱਕੋ ਅਦਾਰੇ 'ਚੋਂ ਇੱਕ ਦੂਜੇ ਨਾਲ ਮਿਲਣਾ ਗਿਲਣਾ ਤੁਹਾਡਾ ਹੋਣਾ। ਮੈਂ ਤਾਂ ਇਹ ਕਹੂੰਗਾ ਕਿ ਅਗਲਾ ਪ੍ਰੋਗਰਾਮ ਜਿਹੜਾ ਹੋਣਾ, ਸਾਰਿਆਂ ਨੂੰ ਇਨਵਾਈਟ ਕਰੋ, ਜਿਹੜੇ ਇਹਨਾਂ ਨੇ ਗਲਤੀਆਂ ਵੀ ਕੀਤੀਆਂ ਵੀ ਹੋਣਗੀਆਂ, ਸਾਰੇ ਇੱਥੇ ਬੈਠੋ, ਲੈਟਸ ਟੇਕ ਇਟ ਫਰਦਰ, ਤਾਂ ਕਿ ਨੌਜਵਾਨ ਪੀੜ੍ਹੀ ਨੂੰ ਅਸੀਂ ਇਹ ਐਗਜ਼ਾਮਪਲ ਦਈਏ ਕਿ ਯੈਸ ਵੀ ਮੇ ਹੈਵ ਆਵਰ ਡਿਫਰੈਂਸਿਸ ਐਂਡ ਦਿਸ ਇਜ਼ ਹਾਊ ਯੂ ਰਿਜ਼ੋਲਵ ਇਟ। ਗੋਲੀਆਂ ਸ਼ਹਿਰਾਂ 'ਚ ਕਿਉਂ ਚੱਲਦੀਆਂ? ਬਿਕਾਜ਼ ਦੋਜ਼ ਕਿਡਸ ਡੋਨਟ ਨੋ ਹਾਊ ਟੂ ਰਿਜ਼ੋਲਵ ਦੇਅਰ ਕੌਨਫਲਿਕਟਸ। ਅਸੀਂ ਸਿਖਾਉਂਦੇ ਨਹੀਂ, ਅਸੀਂ ਗੱਲ ਹੀ ਨਹੀਂ ਕਰਦੇ। ਘਰਾਂ 'ਚ ਕੌਨਫਲਿਕਟ ਦੀ ਗੱਲ ਹੁੰਦੀ ਹੈ, ਰੈਜ਼ੋਲੂਸ਼ਨ ਦੀ ਗੱਲ ਨਹੀਂ।
ਸੋ ਚੰਗੀ ਗੱਲ ਆ, ਤੁਸੀਂ ਸਾਰਿਆਂ ਨੇ ਮਿਲ ਕੇ ਜੇ ਬੈਠੇ ਆ। ਤੇ ਪੁਲਿਸ ਵੱਲੋਂ ਅਸੀਂ ਸੀਰੀਅਸਲੀ ਆਮ ਵੈਰੀ ਥੈਂਕਫੁਲ, ਕਿਉਂਕਿ ਜੇ ਤੁਹਾਡੇ ਪਲੇਟਫਾਰਮ ਬਿਨਾਂ ਅਸੀਂ ਉਹ ਜਿਹੜਾ ਮੈਸੇਜ ਆ ਕਮਿਊਨਿਟੀ ਤੱਕ ਪਹੁੰਚਾ ਹੀ ਨਹੀਂ ਸਕਦੇ। ਯੈਸ ਵੀ ਹੈਵ ਸੋਸ਼ਲ ਮੀਡੀਆ ਅਕਾਊਂਟਸ, ਸਾਡੀ ਲਿਮਿਟਡ ਰੀਚ ਆ, ਤੇ ਇੱਥੇ ਹਰ ਅਦਾਰੇ ਦੀ, ਹਰ ਇਨਸਾਨ ਦੀ ਉਦੋਂ ਵੱਡੀ ਇਸ ਲਈ ਫੋਰਸ ਮਲਟੀਪਲਾਇਰ। ਸੋ ਆਪਾਂ ਇਸ ਜਿਹੜੀ ਵੱਡੀ ਫੋਰਸ ਨੂੰ ਗਾਂਹ ਲਿਜਾ ਕੇ ਇਹਨੂੰ ਉਹ ਜ਼ਰੀਆ ਬਣਾ ਕੇ ਬੱਚਿਆਂ ਨੂੰ ਨਾਲ ਜੋੜੀਏ। ਯੂਥ ਦੀ ਗੱਲ ਹੋਈ, ਮੈਂ ਦੇਖ ਰਿਹਾ ਮੈਨੂੰ ਕਈ ਯੰਗ ਇੱਥੇ ਬੈਠੇ, ਲੈਟਸ ਬ੍ਰਿੰਗ ਮੋਰ ਯੂਥ ਇਨਟੂ ਇਟ, ਹੈ ਨਾ, ਤੇ ਤਾਂ ਕਿ ਉਹ ਸਾਨੂੰ ਚੈਲੰਜ ਕਰਨ ਜਿੱਥੇ ਅਸੀਂ ਗਲਤ ਹੈ, ਫਿਰ ਅਸੀਂ ਠੀਕ ਹੋਵਾਂ। ਤੇ ਇਹਨਾਂ ਹੀ ਕਹਿੰਦਾ ਹੋਇਆ, ਜੋ ਕੋਈ ਗਲਤ ਬੋਲਿਆ ਗਿਆ ਹੋਵੇ ਮੈਂ ਮਾਫੀ ਚਾਹੁੰਦਾ। So hopefully we'll keep moving forward with this. Thank you. So my question to Mr. Chauhan, or in general anybody, jump in to answer that. You know, stopping bullying by media, and it was one of fitting topic. And when it's come to Canada, we're very blessed that we have freedom of press and expression and speech. So having said that, you know, when you come across some sentiments against it as a politician, or you know, how you try to make sure that the freedom of speech be not misused but stay intact. ਥੈਂਕ ਯੂ ਸਿੱਧੂ ਸਾਹਿਬ, ਬਹੁਤ ਵਧੀਆ ਤੁਹਾਡਾ ਸਵਾਲ ਆ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜਾ ਨਾ ਆਪਾਂ ਜਦੋਂ ਗੱਲ ਕਰਦੇ ਹਾਂ ਮੀਡੀਆ ਦੀ ਧੌਂਸ ਦੀ ਜਾਂ ਮੀਡੀਆ ਦੀ ਬਾਇਸ ਹੋਣ ਦੀ, ਉਹ ਕਈ ਵਾਰੀ ਆਪਾਂ ਕਰਦੇ ਹਾਂ, ਜਿਵੇਂ ਹੁਣ ਹਿੰਦੁਸਤਾਨ ਦੀ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ ਵੀ ਉੱਥੇ ਕਿਸ ਤਰ੍ਹਾਂ ਹੋ ਰਿਹਾ ਕੀ ਨਹੀਂ। ਉਹ ਇੱਥੇ ਅਸੀਂ ਛੋਟੇ ਲੈਵਲ 'ਤੇ ਇੱਥੇ ਵੀ ਦੇਖਦੇ ਹਾਂ। ਇੱਥੋਂ ਦਾ ਵੀ ਜਿਹੜਾ ਮੀਡੀਆ ਵਾ, ਆਮ ਟਾਕਿੰਗ ਅਬਾਊਟ ਜਨਰਲ ਮੇਨ ਸਟ੍ਰੀਮ ਮੀਡੀਆ, ਉਹ ਵੀ ਜਿਹੜਾ ਹੈਗਾ ਨਿਊਟਰਲ ਨਹੀਂਗਾ, ਉਹ ਵੀ ਬਾਇਸਡ ਆ, ਉਹਨੂੰ ਵੀ ਖਰੀਦਿਆ ਜਾਂਦਾ। ਹੁਣ ਐਜ਼ ਏ ਪੋਲੀਟੀਸ਼ੀਅਨ ਮੈਨੂੰ ਜੇ ਕੋਈ ਕ੍ਰਿਟੀਸਾਈਜ਼ ਕਰਦਾ, ਆਈ ਮੋਸਟ ਵੈਲਕਮ ਦੈਟ ਕ੍ਰਿਟਿਸਿਜ਼ਮ ਐਜ਼ ਲੌਂਗ ਐਜ਼ ਦੈਟਸ ਕੰਸਟਰਕਟਿਵ ਕ੍ਰਿਟਿਸਿਜ਼ਮ। ਜੇ ਮੇਰੇ 'ਤੇ ਕਿਸੇ ਨੇ ਕੋਈ ਪਰਸਨਲ ਅਟੈਕ ਕਰਨਾ ਜਾਂ ਮੈਨੂੰ ਕਿਸੇ ਤਰੀਕੇ ਨਾਲ ਗਲਤ ਤਰੀਕੇ ਨਾਲ ਉਹਦਾ ਕ੍ਰਿਟਿਸਿਜ਼ਮ ਕਰਨਾ, ਨੈਚੁਰਲੀ ਇਸ ਮੇਰੇ 'ਤੇ ਉਹ 1-2 ਮਿੰਟ ਲਈ ਤਾਂ ਅਸਰ ਉਹਦਾ ਹੋਊਗਾ, ਬਾਅਦ ਵਿੱਚ ਮੈਨੂੰ ਲੱਗੇ ਵਾਈ ਵੁੱਡ ਆਈ ਆਨਸਰ, ਵਾਟਸ ਦਾ ਪੁਆਇੰਟ, ਰਾਈਟ। ਸੋ ਉਹ ਜਦੋਂ ਇੱਥੇ ਇਸ ਤਰ੍ਹਾਂ ਦੀ ਕਈ ਵਾਰੀ ਗੱਲ ਹੁੰਦੀ ਆ ਤਾਂ ਮੀਡੀਆ ਮੋਸਟਲੀ ਜਨਰਲੀ ਸਪੀਕਿੰਗ ਮੈਂ ਦੱਸਦਾ ਦੇ ਆਰ ਵੈਰੀ ਕੇਅਰਫੁਲ, ਖਾਸ ਕਰਕੇ ਜਿਹੜੇ ਰਿਪੋਰਟਰਸ ਹੁੰਦੇ ਨੇ ਉਹ। ਲੇਕਿਨ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਐਡੀਟਰ ਦੀ, ਜਦੋਂ ਉਹ ਐਡੀਟਰ ਦੇ ਕੋਲੇ ਸ਼ਾਮ ਨੂੰ ਜਾਂਦੀ ਹੈ ਨਿਊਜ਼ ਦਾ ਜੋ ਮੀਡੀਆ ਉਹਦੇ TV ਉੱਤੇ, ਉਹਦੀ ਜਿਹੜੀ ਆਊਟਲੁੱਕ ਉਹ ਚੇਂਜ ਹੋ ਜਾਂਦੀ ਆ, ਕਿਉਂਕਿ ਦੇਰ ਸਰਟਨ ਬਾਇਸ ਕਮਸ ਇਨ ਟੂ ਪਲੇ। ਉਹ ਅਸੀਂ ਹੋਪਫੁਲੀ ਕਿਉਂਕਿ ਜਿਹੜੇ ਹੁਣ ਇੱਥੇ ਫਰਕੋਰ ਮੀਡੀਆ ਵਾ, ਚਾਹੇ ਉਹ ਗਲੋਬਲ TV ਹੈ, ਚਾਹੇ CTV ਹੈ, ਚਾਹੇ CBC ਹੈ, ਡਜ਼ਨਟ ਮੈਟਰ ਵਾਟ, CKNW, ਉਹਦੇ ਵਿੱਚ ਵੀ ਜਿਹੜੀਆਂ ਉਹਨਾਂ ਦੇ ਰਿਪੋਰਟਰਸ ਦੀ ਐਸੋਸੀਏਸ਼ਨ ਨੇ, ਜਿਹੜੀਆਂ ਯੂਨੀਅਨ ਨੇ, ਦੇ ਰੇਜ਼ ਦੋਜ਼ ਇਸ਼ੂਜ਼ ਟਾਈਮ ਟੂ ਟਾਈਮ ਕਿ ਅਸੀਂ ਲਿਖ ਕੇ ਕੁਛ ਹੋਰ ਭੇਜਿਆ ਸੀਗਾ, ਸ਼ਾਮ ਨੂੰ ਬ੍ਰੌਡਕਾਸਟ ਕੁਛ ਹੋਰ ਹੋ ਗਿਆ, ਦੇ ਟਾਕ ਟੂ ਅਸ, ਹੈ ਨਾ। ਪਰ ਅਸੀਂ ਇੱਥੇ ਮੀਡੀਆ ਦੇ ਵਿੱਚ ਮੈਂ ਇੱਕ ਗੱਲ ਇੰਨੀ ਕਹਿਣਾ ਚਾਹੁੰਦਾ ਕਿ ਅਸੀਂ ਜਿਹੜੀ ਸਾਡੀ ਹਿਸਟਰੀ ਆ ਨਾ, ਜਿਹੜਾ ਸਾਡਾ ਹੈਰੀਟੇਜ ਆ, ਉਹਨੂੰ ਅਸੀਂ ਸੈਲੀਬ੍ਰੇਟ ਨਹੀਂ ਕਰਦੇ ਹੈਗੇ। ਅਸੀਂ ਜਿਹੜਾ ਕੋਈ ਨੈਗੇਟਿਵ ਪੱਖ ਹੁੰਦਾ ਉਹਨੂੰ ਅਸੀਂ ਮਲਟੀਪਲਾਈ ਕਰਕੇ 100 ਟਾਈਮਸ, ਉਹ ਕਿਉਂਕਿ ਸੈਂਸੇਸ਼ਨਲਾਈਜ਼ਡ ਹੁੰਦਾ, ਉਹ ਲੋਕ ਦੇਖਦੇ ਨੇ, ਉਹ ਪੜ੍ਹਦੇ ਨੇ, ਜਾਂ ਕਿਸ ਤਰ੍ਹਾਂ ਅਖਬਾਰ ਵਿਕਦਾ ਹੋਏਗਾ ਉਹ। ਲੇਕਿਨ ਜਿਹੜੀ ਸਾਡੀ ਪੋਜ਼ੀਟਿਵ ਪੱਖ ਆ ਉਹਨੂੰ ਵੀ ਅੱਗੇ ਲਿਜਾਣ ਦਾ ਜਿਹੜਾ ਮੀਡੀਆ ਦਾ ਬਹੁਤ ਵੱਡਾ ਜ਼ਿੰਮੇਵਾਰੀ ਹੈ ਜਿਹੜੀ ਹੋਣੀ ਚਾਹੀਦੀ ਆ ਉਹ। ਸੋ ਓਵਰਆਲ ਐਜ਼ ਅ ਪੋਲੀਟੀਸ਼ੀਅਨ ਦ ਵੇ ਆਈ ਸੀ ਇਟ, ਆਈ ਹੋਪ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਉਹ ਕੰਸਟਰਕਟਿਵ ਹੋਵੇ, ਅਬਵ ਬੋਰਡ ਹੋਵੇ, ਪਰਸਨਲ ਨਾ ਹੋਵੇ। ਸੋ ਅੱਜ ਬਹੁਤ ਸੋਹਣੇ ਵਿਚਾਰ ਚਰਚਾ ਹੋਈ, ਬਹੁਤ ਸੋਹਣੇ ਸਾਰੇ ਜਿੰਨੇ ਵੀ ਬੁੱਧੀਜੀਵੀ ਇੱਥੇ ਇਕੱਠੇ ਹੋਏ ਸਾਰਿਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ। ਸੋ ਮੇਰਾ ਸਵਾਲ ਆ, ਸ਼ਾਇਦ ਤੁਸੀਂ ਜਵਾਬ ਕਰ ਸਕਦੇ ਹੋ। ਸਿੱਧੇ ਤੌਰ 'ਤੇ ਅਸੀਂ ਸਾਰਿਆਂ ਨੂੰ ਸਾਨੂੰ ਪਤਾ ਹੈ ਅਤੇ ਅਸੀਂ ਕੁਛ ਇੱਕ ਸਪੀਚਸ ਦੇ ਵਿੱਚ ਇਹ ਮੈਂਸ਼ਨ ਵੀ ਕਰਦੇ ਰਹੇ ਕਿ ਸ਼ਾਇਦ ਕੁਛ ਇੱਕ ਮੀਡੀਆ ਹਾਊਸਿਸ ਹੈਗੇ ਆ ਜਿਹੜੇ ਬੁਲੀ ਕਰਦੇ ਆ, ਜਾਂ ਫਿਰ ਕਿਸੇ 'ਤੇ ਸਿੱਧੇ ਤੌਰ 'ਤੇ ਨਿੱਜੀ ਕੌਮੈਂਟ ਕਰਦੇ ਆ, ਜਾਂ ਕੁਛ ਅਜਿਹੇ ਮਿਆਰ ਤੋਂ ਥੋੜ੍ਹੇ ਜਿਹੇ ਥੱਲੇ ਹੋ ਕੇ ਉਹ ਕੁਛ ਅਜਿਹੇ ਕੌਮੈਂਟ ਕਰ ਦਿੰਦੇ ਆ, ਜਾਂ ਕਿ ਅਜਿਹੀਆਂ ਚੀਜ਼ਾਂ ਬੋਲ ਦਿੰਦੇ ਜਿਹੜੀਆਂ ਕਿ ਮੈਨੂੰ ਲੱਗਦਾ ਕਿ ਇਨਸਾਨ ਹੋਣ ਦੇ ਨਾਤੇ ਸ਼ਾਇਦ ਸਾਨੂੰ ਨਹੀਂ ਅਪਰੋਚੇਬਲ ਹੈਗੀਆਂ ਜਾਂ ਬੋਲਣੀਆਂ ਨਹੀਂ ਚਾਹੀਦੀਆਂ। ਸੋ ਤੁਸੀਂ ਸਰਕਾਰੀ ਨੁਮਾਇੰਦੇ ਹੋ, ਤੁਸੀਂ ਕੁਛ ਨਾ ਕੁਛ ਦਖਲ ਅੰਦਾਜ਼ੀ ਕਰ ਸਕਦੇ ਹੋ ਕਿ ਸੁਨੇਹੇ ਜਿੱਦਾਂ ਤੱਕ ਸ਼ਾਇਦ ਅਸੀਂ ਪਹੁੰਚਾਉਣੇ ਚਾਹੁੰਦੇ ਹਾਂ
ਜੇ ਉਹ ਇੱਥੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕੋਈ ਹੈ ਨਹੀਂ ਤਾਂ ਅਸੀਂ ਉਹਨਾਂ ਨੂੰ ਅਜਿਹੇ ਸੁਨੇਹੇ ਕਿਵੇਂ ਪਹੁੰਚਾ ਸਕਦੇ, ਕਿਉਂਕਿ ਆਪਸ ਦੇ ਵਿੱਚ ਤਾਂ ਅਸੀਂ ਬਹੁਤ ਵਿਚਾਰ ਵਟਾਂਦਰਾ ਕਰ ਰਹੇ ਹਾਂ, ਤੇ ਮੈਨੂੰ ਲੱਗਦਾ ਕਿ ਜਿੰਨੇ ਵੀ ਇੱਥੇ ਪ੍ਰੈਜ਼ੈਂਟ ਆ ਸਾਰੇ ਆਪਣੇ ਮਿਆਰ ਨੂੰ ਸਮਝਦੇ ਹੋਏ ਤੇ ਮਿਆਰ ਨੂੰ ਉਹ ਵਧੀਆ ਤਰੀਕੇ ਨਾਲ ਰੱਖਦੇ ਵੀ ਆ। ਪਰ ਜੇ ਸ਼ਾਇਦ ਅਸੀਂ ਕਿਸੇ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ, ਕਿਤੇ ਨਾ ਕਿਤੇ ਅਸੀਂ ਜ਼ਰੂਰ ਥੋੜੇ ਜਿਹੇ ਅਸਫਲ ਹੁੰਦੇ ਪ੍ਰਤੀਤ ਹੁੰਦੇ ਹਾਂ। ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ? ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦੇਵਾਂ, ਮੈਂ ਪਹਿਲਾਂ ਰੈਕਗਨਾਈਜ਼ ਕਰਨਾ ਚਾਹੁੰਦਾ, ਜਿਹੜੇ ਪਹਿਲਾਂ ਇੰਟਰੋਡਕਸ਼ਨ ਹੋ ਗਈ ਸੀਗੀ, ਕੁਝ ਸੱਜਣ ਬਾਅਦ 'ਚ ਆਏ ਆ। ਭੈਣ ਜੀ ਜੈਸ ਗਿੱਲ, ਸਾਡੇ ਬੜੇ ਸਤਿਕਾਰਯੋਗ ਸਰ ਮੱਖਣ ਸਿੰਘ ਜੀ ਹਕੀਮਪੁਰ ਕਬੱਡੀ ਕਮੈਂਟੇਟਰ, ਭੈਣ ਜੀ ਉਹਨਾਂ ਦੇ ਨਾਲ ਆਏ ਹੋਏ ਆ ਸਰਦਾਰ ਸੰਤੋਖ ਸਿੰਘ ਮੰਡੇਰ, ਭਾਜੀ ਹੁਣੀ ਮੈਂ ਨਾਮ ਵਿਸਰ ਗਿਆ, ਪਿਛਲੀ ਵਾਰੀ ਵੀ ਆਏ ਸੀਗੇ ਸਮਾਗਮ ਦੇ ਵਿੱਚ, ਨਵਰੂਪ ਸਿੰਘ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਡਿੰਪਲ ਸਰਾਂ ਦੇ ਨਾਲ ਅਰਸ਼ਦੀਪ ਬੱਟੂ, ਇਹ ਵੀ ਬਾਅਦ 'ਚ ਆਏ ਆ, ਤੇ ਬੈਨੀਪਾਲ ਸਾਹਿਬ, ਜੀ ਆਇਆਂ ਨੂੰ। ਸੋ ਜਿਹੜਾ ਤੰਜੂ ਸਾਹਿਬ ਤੇ ਬੱਟੂ, ਸੋ ਜਿਹੜੀ ਗੱਲ ਲਵੀ ਜੀ ਤੁਸੀਂ ਕਹੀ ਆ, ਇਹ ਗੱਲ ਇੱਦਾਂ ਵੀ ਕੁਛ ਤੱਕ ਤਾਂ ਹੱਦ ਤੱਕ ਤਾਂ ਨੈਤਿਕਤਾ ਦੇ ਉੱਤੇ ਨਿਰਭਰ ਕਰਦੀ ਆ, ਵੀ ਤੁਹਾਡੇ ਐਥਿਕਸ ਕੀ ਆ, ਨੈਤਿਕਤਾ ਕੀ ਆ, ਤੁਸੀਂ ਕਿਸ ਲੈਵਲ ਤੇ ਡਿੱਗ ਕੇ ਗੱਲ ਕਰ ਸਕਦੇ ਆ। ਦੂਜੀ ਗੱਲ ਹੁੰਦੀ ਆ ਵੀ ਰੈਗੂਲੇਟਸ ਦੀ। ਹੁਣ ਜਿਹੜੇ ਪੰਜਾਬੀ ਪ੍ਰੈਸ ਕਲੱਬ ਦੇ ਮੈਂਬਰ ਆ, ਅਸੀਂ ਉਹਨਾਂ ਨੂੰ ਇੱਕ ਰੈਗੂਲੇਟਰੀ ਬੋਡੀ ਦੀ ਤਰ੍ਹਾਂ ਕਹਿ ਸਕਦੇ ਹਾਂ ਵੀ ਇੱਥੇ ਤੁਸੀਂ ਇਹ ਗਲਤ ਆ ਕਿ ਨਹੀਂ। ਜਿਹੜੇ ਲੋਕ ਕਿਸੇ ਰੈਗੂਲੇਸ਼ਨ ਦੇ ਵਿੱਚ ਨਹੀਂ ਬੱਝੇ, ਫੋਰ ਐਗਜ਼ਾਮਪਲ ਕੋਈ ਰੈਡ FM 'ਤੇ ਕੰਮ ਕਰਦਾ, ਕੋਈ 600 'ਤੇ ਕਰਦਾ, ਕੋਈ 1550 'ਤੇ ਕਰਦਾ, ਉਹਨਾਂ ਦੇ ਬੌਸ ਜਿਹੜੇ ਆ ਉਹ ਰੈਗੂਲੇਟ ਕਰਦੇ ਆ, ਤੁਸੀਂ ਇੱਥੇ ਆ ਗਲਤ ਕਰਦੇ। ਕਈ ਅਨਫੋਰਚੂਨੇਟਲੀ ਇੱਦਾਂ ਦੇ ਹੈਗੇ ਆ ਸਟੇਸ਼ਨ ਵੀ ਨਾ ਤਾਂ ਉਹਨਾਂ ਨੂੰ CRTC ਰੈਗੂਲੇਟ ਕਰਦੀ ਆ, ਕੁਝ ਅਖਬਾਰ ਜਿਹੜੇ ਆ ਉਹ ਕਿਤੇ ਰੈਗੂਲੇਟ ਨਹੀਂ ਹੁੰਦੇ, ਤੇ ਕੁਛ ਵੀ ਉਹ ਆਪ ਵੀ ਕਿਸੇ ਰੈਗੂਲੇਸ਼ਨ ਦੇ ਵਿੱਚ ਬੱਝਦੇ ਨਹੀਂ ਹੈਗੇ। ਜਿਨ੍ਹਾਂ ਤੋਂ ਤੁਸੀਂ ਸਵਾਲ ਕਰ ਰਹੇ ਆ, ਮੈਂ ਤਾਂ ਹੈਰਾਨ ਆ ਵੀ ਉਹਨਾਂ ਨੂੰ ਵੀ ਰਗੜ ਦਿੰਦੇ ਆ, ਹੈ ਨਾ, ਵੀ ਸਰਕਾਰ ਦੇ ਵਿੱਚ ਜਿਹੜੇ ਵੱਡੇ ਵੱਡੇ ਸਾਡੇ ਮੰਤਰੀ ਆ, ਉਹਨਾਂ ਦਾ ਵੀ ਨਾਂ ਲੈ ਕੇ ਜਾਂ ਉਹਨਾਂ ਮੈਂਬਰ ਪਾਰਲੀਮੈਂਟ ਦਾ ਵੀ ਕਰ ਲੈਂਦੇ ਆ। ਤੋ ਇਹ ਇੱਕ ਮੰਦਭਾਗੀ ਗੱਲ ਆ। ਉਹਦਾ ਰੀਜ਼ਨ ਕੀ ਆ ਵੀ ਅਸੀਂ ਇਕੱਠੇ ਹੋ ਕੇ ਜਥੇਬੰਦਕ ਹੋ ਕੇ ਕਦੀ ਵਿਰੋਧ ਕਰਨ ਦੀ ਨਹੀਂ ਸੋਚੀ। ਉਹ ਜਿਹਦੇ ਉੱਤੇ ਪੈਂਦੀ ਆ ਉਹ ਆਪਣੇ ਤੌਰ ਤਰੀਕੇ ਨਾਲ ਉਹਨੂੰ ਨਜਿੱਠਣ ਦੀ ਕੋਸ਼ਿਸ਼ ਕਰਦਾ। ਜਿਹੜਾ ਜਿਹਦੀ ਜੁੱਤੀ ਤਕੜੀ ਹੁੰਦੀ ਆ ਪੰਜਾਬੀ ਦੇ 'ਚ, ਉਹ ਦਵਲ ਲੈਂਦਾ, ਦੂਜਾ ਬੇਇੱਜ਼ਤ ਹੋ ਕੇ ਘਰ ਬਹਿ ਜਾਂਦਾ ਵੀ ਮੈਂ ਵੋਟਾਂ ਵੀ ਲੈਣੀਆਂ, ਮੈਂ ਕਿਉਂ ਧੜੇਬੰਦੀ ਬਣਾਵਾਂ ਜਾਂ ਕੋਈ ਅਦਾਰਾ। ਸੋ ਜਿੰਨਾ ਚਿਰ ਜਥੇਬੰਦਕ ਹੋ ਕੇ ਲੋਕ ਇਕੱਠੇ ਹੋ ਕੇ ਕੋਈ ਇਹੋ ਜਿਹਾ ਵਿਰੋਧ ਨਹੀਂ ਕਰਦੇ ਵੀ ਸਾਨੂੰ ਇਹ ਪ੍ਰਵਾਨ ਨਹੀਂ, ਉਹਨਾਂ ਚਿਰ ਹਟਣਾ ਨਹੀਂ। ਜਿੰਨਾ ਚਿਰ ਲੋਕਾਂ ਨੇ ਸਵਾਦ ਲੈਣਾ ਸਵੇਰ ਨੂੰ ਉੱਠ ਕੇ ਵੀ ਹਾਂ ਅੱਜ ਕਿਹਨੂੰ ਗਾਲਾਂ ਪੈਂਦੀਆਂ ਸੁਣੀਏ, ਤਾਂ ਫਿਰ ਬਾਸੀ ਵੀ ਚੱਲਣਾ ਆ ਤੇ ਬਾਕੀ ਵੀ। ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਖਾਸ ਮਹਿਮਾਨ ਬਾਹਰੋਂ ਆਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਮੇਰਾ ਸਵਾਲ ਸਾਡੇ ਪੰਜਾਬੀ ਪ੍ਰੈਸ ਕਲੱਬ ਆਫ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਲਈ, ਕਿਉਂਕਿ ਉਹ ਤੇ ਨਾਲ ਬੈਠੇ ਸਾਡੇ ਸਤਿਕਾਰਯੋਗ ਜਿਹੜੇ ਫਾਊਂਡਰ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੈ। ਸਾਰਿਆਂ ਨੇ ਦਬਵੀਂ ਆਵਾਜ਼ ਦੇ ਵਿੱਚ ਜੁੜ ਕੇ ਤੇ ਵਿਸ਼ਾ ਵੀ ਆਪਾਂ ਇਸੇ ਕਰਕੇ ਰੱਖਿਆ ਹੈ ਕਿ ਪ੍ਰੈਸ ਵੱਲੋਂ, ਮੀਡੀਆ ਵੱਲੋਂ ਗੁੰਡਾਗਰਦੀ, ਧੌਂਸ, ਬੁਲਿੰਗ ਦਾ ਪੰਜਾਬੀ 'ਚ ਅਰਥ ਹੀ ਨਿਕਲਦਾ ਹੈ। ਪਰ ਹਿੰਮਤ ਨਹੀਂ ਪਈ ਕਿਸੇ ਦੀ ਕਿ ਬੁਲਿੰਗ ਕਰ ਕੌਣ ਰਿਹਾ ਹੈ। ਪ੍ਰੋਫੈਸਰ ਗੁਰਿੰਦਰ ਸਿੰਘ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਹੈ ਕਿ ਇੱਕ ਵਿਅਕਤੀ ਨਹੀਂ, ਮੇਰੇ ਤੇ ਸਰਦਾਰ ਗੁਰਵਿੰਦਰ ਸਿੰਘ ਉਹਨਾਂ ਤੇ 16 ਸਾਲ ਪਹਿਲਾਂ, ਤਕਰੀਬਨ 16-17 ਵਰ੍ਹੇ ਹੋ ਗਏ ਨੇ, ਲਗਾਤਾਰ 2-3 ਦਿਨ ਪੂਰੀ ਗੁੰਡਾਗਰਦੀ ਇਸ ਮਾਈਕ ਦੇ ਰਾਹੀਂ ਹੁੰਦੀ ਰਹੀ। ਘਰਾਂ ਤੱਕ ਗਏ, ਪਰਿਵਾਰਾਂ ਤੱਕ ਗਏ, ਪਰਸਨਲ ਜ਼ਿੰਦਗੀ ਤੱਕ ਗਏ। ਅੱਜ ਉਸ ਨਾਲੋਂ ਵੱਧ ਮੇਰਾ ਖਿਆਲ ਹੈ ਵੀ ਪ੍ਰਧਾਨ ਜੀ ਨੂੰ ਮੈਂ ਸਵਾਲ ਇਸ ਕਰਕੇ ਕਰ ਰਹੇ ਹਾਂ ਕਿ ਪ੍ਰਧਾਨ ਜੀ ਉਸ ਅਦਾਰੇ ਨਾਲ ਸੰਬੰਧਿਤ ਨੇ। ਸ਼ਾਇਦ ਕੋਈ ਕਹਿਣ ਦਾ ਹੀਆ ਨਾ ਕਰੇ, ਮੈਂ ਕਹਿ ਰਿਹਾ ਉੱਥੇ ਜਿਹੜੇ ਸ਼ਾਮ ਨੂੰ ਟਾਕ ਸ਼ੋ ਹੁੰਦੇ ਨੇ, ਮੇਰੇ ਖਿਆਲ ਕਿਸੇ ਬੰਦੇ ਦੀ ਹਿੰਮਤ ਨਹੀਂ ਪੈਂਦੀ ਕਿ ਕੋਈ ਸੱਚੀ ਗੱਲ ਕਰ ਜਾਵੇ। ਮੀਡੀਆ ਦੇ ਵਿੱਚ ਤੁਰਨਾ ਖੰਡੇ ਦੇ ਧਾਰ ਵਾਲੀ ਗੱਲ ਹੈ, ਔਰ ਜਿਹਦਾ ਰੋਜ਼ਾਨਾ ਮੈਂ ਸਾਰਿਆਂ ਨੂੰ ਪਤਾ ਭੁਗਤ ਚੁੱਕਾ, 2 ਵਾਰੀ ਡਿਪੋਰਟ ਹੋ ਚੁੱਕਾ, 1 ਵਾਰੀ ਡਿਟੇਨ ਹੋ ਚੁੱਕਾ, ਪਰ ਸੱਚ ਬੋਲਣੋਂ ਨਹੀਂ ਹਟੇ। ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜਾ ਅੱਜ ਪ੍ਰੋਗਰਾਮ ਕੀਤਾ ਬਹੁਤ ਵਧੀਆ, ਮੈਨੂੰ ਬਹੁਤ ਖੁਸ਼ੀ ਹੈ। ਰਾਜਨੀਤਿਕ ਲੋਕ ਵੀ ਬੈਠੇ ਨੇ, ਪੁਲਿਸ ਡਿਪਾਰਟਮੈਂਟ ਸਰੀ ਦਾ ਵੀ ਬੈਠਾ ਹੈ, ਹੈੱਡ ਬੈਠਾ ਹੈ, ਕਿ ਉਸ ਆਵਾਜ਼ ਨੂੰ, ਜਿਹੜੀ ਆਵਾਜ਼
ਸਾਰੇ ਮੀਡੀਆ ਦੇ ਵਿੱਚ ਸਾਡੇ ਪੰਜਾਬੀ ਪ੍ਰੈਸ ਕਲੱਬ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ। ਕੀ ਕੋਈ ਇਹੋ ਜਿਹਾ ਐਕਸ਼ਨ ਪੰਜਾਬੀ ਪ੍ਰੈਸ ਕਲੱਬ ਲਏਗੀ? ਰਾਜਨੀਤਿਕ ਲੋਕ ਸਪੀਕਰ ਤੋਂ ਉੱਤੇ ਵੱਡਾ ਉਹਦਾ ਕਿਹੜਾ ਹੋ ਸਕਦਾ ਹੈ? ਪੁਲਿਸ ਬੈਠੀ ਇਸ ਤੋਂ ਵੱਡਾ ਉਹਦਾ ਕਿਹੜਾ ਹੋ ਸਕਦਾ ਹੈ? ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਐਗਜ਼ੈਕਟਿਵ, ਮੈਂ ਵੀ ਐਗਜ਼ੈਕਟਿਵ 'ਚ ਹਾਂ, ਬੈਠੇ ਨੇ। ਕਿ ਇਹਦੇ ਲਈ ਕੋਈ ਇਹੋ ਜਿਹਾ ਉਪਰਾਲਾ ਕਰਾਂਗੇ ਜਾਂ ਦਬਵੀਂ ਆਵਾਜ਼ ਦੇ ਵਿੱਚ ਹੀ ਗੱਲਾਂ ਕਰਦੇ ਰਹਾਂਗੇ? ਪ੍ਰਧਾਨ ਸਾਹਿਬ ਲਈ ਸਵਾਲ ਹੈ। I might mention here that ਜਦੋਂ ਅਸੀਂ ਆਪਣੀ ਮੈਂਬਰਸ਼ਿਪ ਮੀਟਿੰਗ ਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਸੀ, ਪਿਛਲੇ ਸਾਲ ਤੋਂ ਹੀ ਭਾਜੀ ਹੋਣੀ ਤੁਸੀਂ ਵੀ ਸੀਗੇ, ਉਹਦੇ 'ਚ ਆਪਾਂ ਇਹ ਲਿਆ ਸੀਗਾ ਕਿ ਸਾਡਾ ਜਿਹੜਾ ਮੰਤਵ ਸਟਾਰਟਿੰਗ ਆ ਇਹ ਹੈਗਾ ਟੂ ਬ੍ਰਿੰਗ ਅਵੇਅਰਨੈਸ ਅਬਾਊਟ ਦਿਸ ਇਸ਼ੂ। ਇਹਦੇ ਨਾਲ ਅਵੇਅਰਨੈਸ ਲਿਆਂਦੀ ਜਾਵੇ। ਤੇ ਆਪਾਂ ਉਹਦੇ 'ਚ ਪਿਛਲੇ ਸਾਲ ਵੀ ਤੁਹਾਨੂੰ ਯਾਦ ਹੋਊ ਕਿ ਆਪਣੇ ਗੁਰਮੰਤ ਗਰੇਵਾਲ ਹੋਣਾ ਨੇ ਜਾਂ ਹੋਰ ਸੱਜਣਾ ਨੇ ਪਰਸਨਲ ਜਿਹੜੇ ਉਹਨਾਂ 'ਤੇ ਅਟੈਕ ਹੋਏ ਸੀਗੇ ਉਹ ਇਸ਼ੂ ਉਠਾਏ ਸੀਗੇ। ਤੇ ਉੱਥੇ ਵੀ ਕੰਸੈਂਸਸ ਜਿਹੜੀ ਮੈਂਬਰਸ਼ਿਪ ਦਾ ਇਹੀ ਸੀਗਾ ਕਿ ਅਸੀਂ ਐਜ਼ ਏ ਪ੍ਰੈਸ ਕਲੱਬ ਇੰਡੀਵਿਜੂਅਲ ਕੇਸਿਸ ਦੇ ਵਿੱਚ ਸਾਡੇ ਕੋਲ ਕੋਈ ਐਸੀ ਅਥੋਰਿਟੇਟਿਵ ਫਿਗਰ ਅਸੀਂ ਨਹੀਂ ਹੈਗੇ ਜਾਂ ਪਾਵਰ ਆ ਜਿਹਦੇ 'ਚ ਅਸੀਂ ਕਰ ਸਕਦੇ। ਸਾਡਾ ਮੰਤਵ ਸਿਰਫ ਇਹਦੇ 'ਤੇ ਜਿਹੜੀ ਹੈਗੀ ਅਵੇਅਰਨੈਸ ਲਿਆਉਣੀ ਆ ਦੈਟ ਦਿਸ ਇਜ਼ ਹੈਪਨਿੰਗ। ਇਹ ਕਬਰ ਦੇ ਥੱਲੇ ਇਹ ਜਿਹੜਾ ਫੈਲ ਰਿਹਾ ਵਾ ਇਹਨੂੰ ਹੁਣੇ ਰੋਕਿਆ ਜਾਵੇ ਤਾਂ ਕਿ ਇਹ ਬਹੁਤ ਵੱਡਾ ਕਿਸੇ ਦਿਨ ਐਲੀਫੈਂਟ ਨਾ ਬਣ ਜੇ ਜਿਹੜੀ ਲਗਾਮਾਂ ਅਸੀਂ ਬਾਅਦ 'ਚ ਕੱਸ ਨਾ ਸਕੀਏ। ਤੋ ਇਸ ਕਰਕੇ ਸਪੈਸੀਫਿਕਲੀ ਉਹ ਜਵਾਬ ਪ੍ਰਧਾਨ ਸਾਹਿਬ ਲਈ ਜਾਂ ਸਾਡੇ ਕਨਵੈਨਸ਼ਨਾਂ ਦੇ ਜਾਂ ਸਾਡੀ ਮੀਟਿੰਗਸ ਦੇ ਕਨਵੀਨਰ ਹਮੇਸ਼ਾ ਹੀ ਆਪਣੇ ਭਾਜੀ ਗੁਰਪ੍ਰੀਤ ਹੋਣੀ ਹੁੰਦੇ ਨੇ ਤੇ ਡਾਕਟਰ ਸਾਹਿਬ ਵੀ ਬੈਠੇ ਨੇ ਤੇ ਪੁਰਾਣੇ ਮੈਂਬਰ। ਮੇਰਾ ਖਿਆਲ ਹੈ ਜੇ ਤੁਹਾਡਾ ਜਿਹੜਾ ਸਵਾਲ ਆ ਇਸ ਨੂੰ ਪ੍ਰੈਸ ਕਲੱਬ ਆਪਣੀ ਮੀਟਿੰਗ ਦੇ ਵਿੱਚ ਵਿਚਾਰੇ ਤੇ ਅੱਗੇ ਤੋਂ ਉਲੀਕਣ ਲਈ ਉਹ ਬਿਹਤਰ ਹੋਏਗਾ ਨਾ ਕਿ ਇੱਥੇ ਕਿਸੇ ਇੰਡੀਵਿਜੂਅਲ ਨੂੰ, ਕਿਉਂਕਿ ਇੱਥੇ ਕੋਈ ਪਾਲਿਸੀ ਨਹੀਂ ਬਣੀ, ਕੁਛ ਹੋਰ ਨਹੀਂ, ਨਾ ਇੱਥੇ ਪ੍ਰਧਾਨ ਜਵਾਬ ਦੇ ਸਕਦੀ ਹੈ ਨਾ ਕੋਈ ਹੋਰ ਵਿਦ ਐਨੀ ਅਥੋਰਿਟੀ। ਸੋ ਇਸ ਲਈ ਪਲੀਜ਼ ਮੈਂ ਕਹੂੰਗਾ ਕਿ ਇਹ ਕੁਐਸਚਨ ਆਈ ਟੇਕ ਅੰਡਰ ਨੋਟਿਸ ਐਂਡ ਵੀ ਵਿਲ ਰੇਜ਼ ਇਟ ਐਟ ਦਾ ਪੰਜਾਬੀ ਪ੍ਰੈਸ ਕਲੱਬ ਅਕਤੂਬਰ ਜਨਰਲ ਮੀਟਿੰਗ। ਪਰ ਮੈਂ ਇੱਥੇ ਕਹਿਣਾ ਚਾਹੁੰਦਾ ਆਪਾਂ ਨਾ ਕੈਨੇਡਾ ਵਰਗੇ ਬਹੁਤ ਅਮੀਰ ਮੁਲਕ ਦੇ ਵਿੱਚ ਰਹਿ ਰਹੇ ਹਾਂ। ਯੂ ਨੋ ਲਾਈਕ people make money, which is fine. Like making profit is not a bad thing. As a socialist, I would say yes, go ahead, be prosperous, you know, make money. ਪਰ ਜਦੋਂ ਤੁਸੀਂ ਪੈਸੇ ਨੂੰ ਹੀ ਮੁੱਖ ਰੱਖ ਕੇ ਸਾਰਾ ਕੁਝ ਕਰਦੇ ਹੋ ਉਦੋਂ ਫਿਰ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਚਾਹੇ ਉਹ ਪੰਡਤ ਪੈਸੇ ਵਾਲਾ ਹੋਵੇ, ਚਾਹੇ ਗੁਰਦੁਆਰੇ ਦੇ ਵਿੱਚ ਜਿਹੜਾ ਪ੍ਰਾਈਵੇਟ ਗੁਰਦੁਆਰਾ ਹੋਵੇ, ਚਾਹੇ ਮੰਦਿਰ ਹੋਵੇ, ਕੁਛ ਵੀ ਹੋਵੇ, ਉਹ ਸਾਰੀ ਜਗ੍ਹਾ 'ਤੇ ਹੁੰਦਾ ਹੋ। ਮੈਂ ਤੁਹਾਨੂੰ ਇੱਕ ਵਧੀਆ ਇੰਟਰਸਟਿੰਗ ਗੱਲ ਦੱਸਦਾ। ਮੈਨੂੰ ਇੱਕ ਬੰਦਾ ਮਿਲਿਆ, ਕਹਿੰਦਾ ਚੌਹਾਨ ਸਾਹਿਬ, ਕਹਿੰਦਾ ਕੋਈ ਪ੍ਰਾਪਰਟੀ ਲੈ ਕੇ ਦਿਓ। ਮੈਂ ਕਿਹਾ ਕਿਹੜੀ ਪ੍ਰਾਪਰਟੀ, ਕਿਹੋ ਜਿਹੀ ਪ੍ਰਾਪਰਟੀ? ਕਹਿੰਦਾ ਗੌਰਮੈਂਟ ਕੋਲੇ ਬਹੁਤ ਲੈਂਡ ਪਈ ਹੁੰਦੀ ਆ ਤੇ ਮਿਊਨਿਸਪੈਲਿਟੀ ਕੋਲੇ ਵੀ ਹੁੰਦੀ ਆ। ਮੈਂ ਕਿਹਾ ਤੂੰ ਉੱਥੇ ਕੀ ਕਰਨਾ? ਕਹਿੰਦਾ ਮੈਂ ਉੱਥੇ ਗੁਰਦੁਆਰਾ ਬਣਾਉਣਾ। ਮੈਂ ਕਿਹਾ ਤੂੰ ਤਾਂ ਕਦੇ ਗੁਰਦੁਆਰੇ ਗਿਆ ਨਹੀਂ ਨਾ, ਮੈਂ ਤੈਨੂੰ ਕਦੇ ਜਾਂਦੇ ਨੂੰ ਦੇਖਿਆ ਵੀ ਤੂੰ ਗੁਰਦੁਆਰਾ ਕਹਿੰਦਾ ਉਹ 'ਚ ਪੈਸਾ ਬਹੁਤ ਆ। ਸੋ ਦੈਟਸ ਵਾਟ ਪੀਪਲ ਥਿੰਕ ਲਾਈਕ ਨੇ ਕਿ ਵੀ ਹਾਊ ਟੂ ਮੇਕ ਮਨੀ। ਉਹ ਬਿਜ਼ਨਸ ਬਣ ਗਿਆ। ਹੁਣ ਇੱਥੇ ਆਪਣੇ ਮੈਨੂੰ ਬੜੀ ਖੁਸ਼ੀ ਆ, ਵੈਰੀ ਪ੍ਰਾਊਡ ਆਫ ਆਲ ਆਫ ਯੂ ਵੀ ਤੁਸੀਂ ਜਿਹੜੇ ਜਾਗਦੀ ਜ਼ਮੀਰ ਵਾਲੇ ਸਾਰੇ ਤੁਸੀਂ ਪੱਤਰਕਾਰ ਬੈਠੇ ਹੋ, ਸਾਰਾ ਬਹੁਤ ਵਧੀਆ ਕੰਮ ਕਰਦੇ ਹੋ। ਲੇਕਿਨ ਕੁਛ ਇੱਥੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ ਮੇਨ ਮਕਸਦ ਜਸਟ ਟੂ ਮੇਕ ਮਨੀ ਬਾਏ ਹੁੱਕ ਐਂਡ ਕਰੁਕ। ਮਨੀ, ਪੈਸਾ ਬਣਾਉਣਾ, ਚਾਹੇ ਉਹ ਕਿਸੇ ਦੀ ਪ੍ਰਾਈਵੇਟ ਲਾਈਫ ਤਬਾਹ ਹੋਵੇ ਚਾਹੇ ਨਾ ਹੋਵੇ, ਦੈਟਸ ਵਾਟ ਦੇ ਡੂ। ਸੋ ਵੀ ਹੈਵ ਟੂ ਬੀ ਕੇਅਰਫੁਲ। ਆਪਾਂ ਨੂੰ ਜਿਹੜੀ ਇਸ ਤਰ੍ਹਾਂ ਦੇ ਕੋਈ ਇਸ਼ੂ ਹੁੰਦੇ ਨੇ, ਜਿਵੇਂ ਤੁਸੀਂ ਮੈਂ ਆਪਦਾ ਸਟੈਪ ਚੁੱਕਿਆ, ਉਹ ਕੁੜੀ ਨੂੰ ਵਿਚਾਰੀ ਨੂੰ ਸੇਵ ਕੀਤਾ ਸਾਰਾ ਕੁਝ, ਦੈਟਸ ਵੈਰੀ ਬਹੁਤ ਵੱਡੀ ਸ਼ਲਾਘਾਯੋਗ ਕੰਮ ਆ ਉਹ, ਬਹੁਤ ਵਧੀਆ ਕੀਤਾ, ਥੈਂਕ ਯੂ ਸੋ ਮਚ। ਬਟ ਜਿਵੇਂ ਗੁਰਪ੍ਰੀਤ ਭਾਜੀ ਨੇ ਕਿਹਾ ਵੀ ਇਹਨੂੰ ਚੈਲੰਜ ਤੁਹਾਨੂੰ ਆਉਣੇ ਆ, ਜੇ ਤੁਸੀਂ ਵਧੀਆ ਪੱਤਰਕਾਰੀ ਕਰਨੀ ਆ ਤਾਂ ਉਹਦੇ ਨਾਲ ਨਾਲ ਕੁੱਟ ਖਾਣ ਲਈ ਵੀ ਤਿਆਰ ਹੋਣਾ ਪੈਂਦਾ। ਕੋਟ ਕਟ ਵਾਲਾ ਕੋਈ ਚੱਕਰ ਨਹੀਂ ਕਰਨਾ। ਪੁਲਿਸ ਬੈਠੀ ਹੈ। ਦੇਖੋ ਜੋਸ਼ ਮੈਨੂੰ ਲੱਗਿਆ ਤੁਹਾਡੀ ਗੱਲ 'ਚੋਂ ਨਾ, ਇਮੋਸ਼ਨਸ ਵੀ ਸੀਗੇ, ਪਰ ਜਿਹੜੀ ਹੋਸ਼ ਵਾਲੀ ਗੱਲ ਆ
ਵੀ ਜੇ ਕੁਝ ਹੋ ਰਿਹਾ ਤੇ ਮੀਡੀਆ ਕਿੰਨੀ ਕੁ ਜਾਗਰੂਕਤਾ ਇਸ ਗੱਲ ਤੇ ਕਰ ਰਿਹਾ। ਦੈਟਸ ਦ ਫਰਸਟ ਕੁਐਸਚਨ। ਜੇ ਤੁਸੀਂ ਕਿਸੇ ਵੀ ਕ੍ਰਾਈਮ ਨਾਲ ਲੜਨਾ ਨਾ, ਪਹਿਲੀ ਗੱਲ ਤਾਂ ਆਪਾਂ ਨੂੰ ਅਵੇਅਰਨੈਸ ਉਹਦੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਕ੍ਰੀਏਟ ਕਰਨੀ ਪੈਣੀ ਹੈ। that boils down to your rights. ਵਿਕਟਮ ਦੇ ਰਾਈਟ ਕੀ ਹੈਗੇ ਆ, ਕੰਪਲੇਨ ਦਾ ਪ੍ਰੋਸੈਸ ਕੀ ਹੈਗਾ। ਹਜੇ ਕਈਆਂ ਨੂੰ ਇਹ ਨਹੀਂ ਪਤਾ ਹੋਣਾ ਵੀ MLA ਦੇ ਕੀ ਰੋਲ ਆ, MP ਦੇ ਕੀ ਰੋਲ ਆ, ਸਿਟੀ ਕਾਉਂਸਲ ਤੋਂ ਅਸੀਂ ਕੀ ਕਰਾਉਣਾ ਆ, ਚਿੱਠੀ ਲਿਖਾਉਣੀ ਸਾਨੂੰ ਆਉਂਦੀ। ਦੈਟਸ ਰਾਈਟ। ਸੋ ਜੇ ਤੁਹਾਡੀ ਸੜਕ ਤੇ ਕੋਈ ਸਪੀਡ ਬੰਪ ਬਣਾਉਣਾ, ਉਹ ਇਹਨਾਂ ਨੇ ਨਹੀਂ ਬਣਾਉਣਾ। ਰਾਈਟ। ਸੋ ਵੀ ਹੈਵ ਟੂ ਰੀਅਲੀ ਰੇਜ਼ ਦੈਟ ਐਜੂਕੇਸ਼ਨ ਅਵੇਅਰਨੈਸ ਲੈਵਲ। ਪਹਿਲੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਵੀ ਫਰਾਡ ਹੁੰਦੇ, ਫਰਾਡ ਤਾਂ ਹੁਣ ਆਪਾਂ ਨੂੰ ਰੋਜ਼ ਫੋਨ ਵੀ ਆਉਂਦੇ ਆਪਾਂ ਨੂੰ। ਸੋਸ਼ਲ ਮੀਡੀਆ ਤੇ ਜਿਹੜਾ ਪਲੇਟਫਾਰਮ ਬਣਿਆ ਹੋਇਆ ਲੋਕਾਂ ਨੇ ਬਹੁਤ ਈਜ਼ੀ ਕਰਤਾ। IP ਐਡਰੈਸ ਹਾਈਡ ਕਰਕੇ ਕੋਈ ਬੰਗਲਾਦੇਸ਼ ਬੈਠਾ, ਕੋਈ ਚਾਈਨਾ ਬੈਠਾ, ਕੋਈ ਕਿਤੇ ਬੈਠਾ, ਤੇ ਉਹ ਇੱਥੇ ਟਾਰਗੇਟ ਕਰ ਰਹੇ ਆ ਆਡੀਅנס। ਉਹਦੇ ਬਾਰੇ ਵੀ ਬਹੁਤ ਘੱਟ ਗੱਲ ਹੁੰਦੀ ਹੈ, ਹਾਲਾਂਕਿ ਰੋਜ਼ ਫੋਨ ਆਉਂਦੇ ਆ। ਹਜੇ ਵੀ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਬਹੁਤ ਸਾਰੇ ਜਿਹੜੇ ਵੱਡੀ ਉਮਰ ਦੇ ਬਜ਼ੁਰਗ ਹੈਗੇ ਆਪਣੇ, ਜਾਂ ਯੰਗਸਟਰ ਜਾਂ ਮਾਵਾਂ, ਉਹ ਇਸ ਗੱਲ 'ਚ ਫਸ ਰਹੇ ਆ, ਪੈਸਾ ਵੇਸਟ ਹੋ ਰਿਹਾ। ਹੁਣ ਤੁਸੀਂ ਉਹ ਲੜਕੀ ਦੀ ਉਦਾਹਰਨ ਦਿੱਤੀ ਜਿਹੜੀ, ਆਈ ਡੋਂਟ ਨੋ ਦ ਕੇਸ, ਨਾ ਹੀ ਉਹ ਇੰਨੀ ਡਿਟੇਲ ਆ ਵੀ ਮੈਂ ਤੁਹਾਨੂੰ ਉਹਦੇ ਬਾਰੇ ਡਾਇਰੈਕਟ ਜਵਾਬ ਦੇਵਾਂ, ਬਟ ਦੈਟ ਸ਼ੁੱਡ ਹੈਵ ਬੀਨ ਇਨਵੈਸਟੀਗੇਟਡ। ਹਾਂ, ਪਰ ਉਹ ਤਾਂ ਹੋਊਗਾ ਇਨਵੈਸਟੀਗੇਟ ਜੇ ਅਸੀਂ ਵਿਕਟਮ ਨੂੰ ਉਹਦੇ ਰਾਈਟ ਦੱਸਾਂਗੇ, ਤੇ ਕਿਹਦੇ ਕੋਲ ਜਾ ਕੇ ਕੰਪਲੇਨ ਕਰਨੀ, ਕਿਵੇਂ ਕਰਨੀ ਆ, ਵਿਟਨੈਸ ਬਣਨ ਦਾ ਕੀ ਪ੍ਰੋਸੈਸ ਹੈਗਾ। ਸਾਡੇ ਤਾਂ ਕਹਿੰਦੇ ਅਸੀਂ ਕੀ ਲੈਣਾ ਯਾਰ ਇਸ ਮਸਲੇ 'ਚ, ਮੈਂ 2 ਦਿਹਾੜੀਆਂ ਮਾਰਨੀਆਂ, ਪਹਿਲਾਂ ਕੋਰਟ ਜਾਣਾ ਪਊਗਾ, ਫਿਰ ਅਸੀਂ ਪੁਲਿਸ ਤੇ ਆ ਜਾਂਦੇ ਹਾਂ ਵੀ ਪੁਲਿਸ ਤਾਂ ਕੁਛ ਕਰਦੀ ਨਹੀਂ। ਸਭ ਤੋਂ ਵੱਡਾ ਚੈਲੰਜ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ, ਕੋਈ ਵੀ ਬੰਦਾ ਜਾਂ ਇਨਸਾਨ ਵਿਟਨੈਸ ਬਣਨ ਨੂੰ ਤਿਆਰ ਨਹੀਂ ਹੈਗਾ, ਬਹੁਤ ਘੱਟ। ਸਰੀ 6 ਮਰਡਰ ਹੋਏ ਸੀਗੇ ਇੱਥੇ, ਜਦੋਂ 2 ਇਨੋਸੈਂਟ ਬੰਦੇ ਮਾਰੇ ਗਏ ਸੀ। ਉਹਦੇ ਵਿੱਚ ਇੱਕ ਬਹੁਤ ਬਜ਼ੁਰਗ ਔਰਤ ਨੇ, ਦੂਸਰੀ ਕਮਿਊਨਿਟੀ ਦੀ ਸੀਗੀ, ਉਹ ਦਾਅਵੇ ਨਾਲ ਖੜ ਕੇ ਕੋਰਟ 'ਚ ਕਿਹਾ ਸੀ ਵੀ ਮੈਂ ਆਹ ਦੇਖੇ ਸੀ। ਸਾਡੇ 'ਚੋਂ ਕਿੰਨੇ ਕੁ ਜਾਣੇ ਕਹਿ ਸਕਦੇ ਵੀ ਅਸੀਂ ਜਾ ਕੇ ਗਵਾਹੀ ਦੇਣ ਜਾਂਦੇ। ਇਹ ਜਿਹੜੀ ਸਵੈ ਪੜਚੋਲ ਦੀ ਗੱਲ ਆਉਂਦੀ ਨਾ, ਇਟਸ ਵੈਰੀ ਈਜ਼ੀ ਟੂ ਬਲੇਮ ਦ ਸਿਸਟਮ, ਦ ਪੋਲੀਟੀਸ਼ੀਅਨ, ਦ ਪੁਲਿਸ, ਦ ਕਮਿਊਨਿਟੀ, ਵੈਰੀ ਈਜ਼ੀ ਟੂ ਡੂ ਇਟ। ਆਪਾਂ ਸਾਰੇ ਖੜ ਕੇ ਇੱਕ ਦੂਜੇ ਨੂੰ ਬਲੇਮ ਕਰ ਸਕਦੇ ਹਾਂ। ਸੋਲੂਸ਼ਨ ਜਿਹੜਾ ਹੈਗਾ ਉਹ ਸਿੰਪਲ ਆ। ਅਖਬਾਰਾਂ 'ਚ ਜਿੱਥੇ ਉਹਨਾਂ ਫਰਾਡ ਬੰਦਿਆਂ ਦੀਆਂ ਐਡਾਂ ਆਉਂਦੀਆਂ, ਉਹਦੇ ਨਾਲ ਨਾ 2 ਆਰਟੀਕਲ ਉਹ ਜਾਗਰੂਕਤਾ ਵਾਲੇ ਵੀ ਆਉਣੇ ਚਾਹੀਦੇ। ਫਿਰ ਦੇਖੋ ਅਲਟੀਮੇਟਲੀ ਹਰੇਕ ਬੰਦੇ ਨੇ ਬਿਜ਼ਨਸ ਕਰਨਾ। ਆਈ ਐਮ ਨਾਟ ਦ ਮੋਰਲ ਪੁਲਿਸ। ਮੈਂ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਫਲਾਣੇ ਫਰਾਡ ਪੰਡਤ ਦੀ ਐਡ ਨਾ ਪਾਓ, ਜਿਹਨੇ ਆਪਦੀ ਮਰਜ਼ੀ ਉਹਨਾਂ ਦਾ ਦਾਰ ਹੈ, ਪਰ ਉਹਦੇ ਨਾਲ ਨਾਲ ਉਹ ਉਹਨਾਂ ਨੂੰ ਐਜੂਕੇਟ ਕਿਵੇਂ ਕਰਨਾ, ਆਪਾਂ ਬਚਣਾ ਕਿਵੇਂ ਉਸ ਚੀਜ਼ ਤੋਂ। ਔਰ ਆਸੇ ਪਾਸੇ ਵੀ ਵੇਅਰ ਰਹਿਣਾ ਚਾਹੀਦਾ। ਕ੍ਰਾਈਮ ਬਾਰੇ ਸਿੱਖੋ ਵੀ, ਕ੍ਰਾਈਮ ਜਦੋਂ ਹੁੰਦਾ, ਬਹੁਤ ਵਾਰੀ ਮੈਂ ਦੇਖਿਆ, ਇਹ ਤਾਂ ਬਹੁਤ ਵੱਡੀ ਐਗਜ਼ਾਮਪਲ ਸੀਗੀ, ਬਹੁਤ ਸੀਰੀਅਸ ਮੈਟਰ ਸੀਗਾ। ਜੇ ਸਾਡੇ ਮੁਹੱਲੇ 'ਚ ਵੀ ਕਿਤੇ ਕ੍ਰਾਈਮ ਹੋ ਜਾਏ, ਸਾਨੂੰ ਭਾਵੇਂ ਕਾਰ ਹੀ ਦਿਸੀ ਵੀ ਲਾਲ ਰੰਗ ਦੀ, ਅਸੀਂ ਕਹਿੰਦੇ ਸਾਨੂੰ ਕਿੰਨੀ ਕੁ ਇਨਫੋਰਮੇਸ਼ਨ ਆ, ਇਹ ਕਰਨ ਦੀ ਕੀ ਲੋੜ ਹੈ ਪੁਲਿਸ ਨੂੰ ਫੋਨ। ਜੇ ਸਾਡਾ ਬਾਈਕ ਚੋਰੀ ਹੋ ਗਿਆ, ਛੱਡੋ ਜੀ, ਇਹ ਪੁਲਿਸ ਨੂੰ ਕਰਨ ਦੀ ਕੀ ਲੋੜ, ਪੁਲਿਸ ਨੇ ਕਿਹੜਾ ਆਉਣਾ। I hear these stories all the time. But what happens ਜੇ ਪੁਲਿਸ ਨੂੰ ਅਸੀਂ, ਹੁਣ ਕ੍ਰਾਈਮ ਸਟੈਟਸ ਦੀ ਗੱਲ ਹੁੰਦੀ ਹੈ, ਆਮ ਤੌਰ ਤੇ ਮੈਂ ਇੱਕ ਸ਼ਹਿਰ ਦੀ ਗੱਲ ਨਹੀਂ ਕਰਨੀ ਇੱਥੇ, ਜਿਵੇਂ ਕਹਿੰਦੇ ਕਿ ਵੀ ਹੁਣ ਕ੍ਰਾਈਮ ਘਟ ਗਿਆ ਫਲਾਣੇ ਸ਼ਹਿਰ 'ਚ, ਜਾਂ ਉਹ ਕ੍ਰਾਈਮ ਘਟ ਗਿਆ ਜਾਂ ਲੋਕਾਂ ਦਾ ਵਿਸ਼ਵਾਸ ਚੱਕਿਆ ਗਿਆ ਰਿਪੋਰਟ ਕਰਨ। We have to look deep, ਉਹਨੂੰ ਬਹੁਤ ਪਰਤਾਂ ਫਰੋਲ ਕੇ ਦੇਖਣ ਦੀ ਲੋੜ ਆ ਉਹਨਾਂ ਚੀਜ਼ਾਂ ਨੂੰ, ਵੀ ਕ੍ਰਾਈਮ ਘਟ ਗਿਆ ਕਿ ਲੋਕਾਂ ਨੇ ਰਿਪੋਰਟ, ਜੇ ਲੋਕ ਰਿਪੋਰਟ ਨਹੀਂ ਕਰ ਰਹੇ, ਕਿਉਂ ਨਹੀਂ ਕਰ ਰਹੇ, ਐਂਡ ਦੈਟ ਇਜ਼ ਵਾਟ ਦ ਰੀਅਲ ਵਰਕ, ਇੱਥੇ ਰੀਅਲ ਕੰਮ ਇੱਥੇ ਹੁੰਦਾ। ਸੋ ਜਿੰਨੀ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਹੁੰਦੀ ਹੈ, ਚਾਹੇ ਉਹ ਛੋਟੀ ਤੋਂ ਛੋਟੀ ਹੋਵੇ, ਉਹ ਪੁਲਿਸ ਨੂੰ ਜ਼ਰੂਰ ਦਿਓ। ਜੇ ਤੁਹਾਡੇ ਘਰੇ ਚੋਰੀ ਹੁੰਦੀ ਹੈ, ਪੁਲਿਸ ਨੂੰ ਜ਼ਰੂਰ ਰਿਪੋਰਟ ਕਰੋ। ਕਿਉਂ? ਜੇ ਅੱਜ ਆਪਾਂ ਨਿਊਟਨ 'ਚ ਬੈਠੇ ਹਾਂ ਇੱਥੇ, ਤੇ ਨਿਊਟਨ 'ਚ ਜੇ ਮੰਨ ਲਾ ਵੀ 40 ਬਾਈਕ ਚੋਰੀ ਹੋ ਗਏ ਜਾਂ ਨਿੱਕਾ ਚੋਰੀ ਹੋ ਗਈ, ਕੋਈ ਬੰਦਾ ਤੁਹਾਡੇ ਘਰੇ ਵੜ ਗਿਆ, ਆਪਾਂ ਨਹੀਂ ਰਿਪੋਰਟ ਕੀਤਾ, ਜਦੋਂ ਪੁਲਿਸ ਨੇ ਅਗਲੇ ਸਾਲ ਕੌਮਸਟੈਟ ਦੀ ਉਹਦੀ ਮੀਟਿੰਗ ਕਰਨੀ ਹੈ, ਉਹਨਾਂ ਨੇ ਦੇਖਣਾ ਵੀ ਕਿਹੜੇ ਏਰੀਆ ਤੋਂ ਕਿੰਨੀਆਂ ਕਾਲਾਂ ਆਈਆਂ ਸੀ, ਉਸ ਹਿਸਾਬ ਨਾਲ ਰਿਸੋਰਸ ਉਸ ਏਰੀਆ 'ਚ ਲੱਗਣੇ। ਤੇ ਜੇ ਅਸੀਂ ਰਿਪੋਰਟ ਹੀ ਨਹੀਂ ਕਰ ਰਹੇ, ਸਾਨੂੰ ਰਿਸੋਰਸ ਮਿਲਣਗੇ ਕਿਵੇਂ? ਕਈ ਏਰੀਏ ਸ਼ਹਿਰ ਦੇ ਇਹੋ ਜਿਹੇ ਹੋਣਗੇ ਜਿੱਥੇ ਬਹੁਤ ਜ਼ਿਆਦਾ ਪੁਲਿਸ ਵੀ ਤਾਇਨਾਤ ਹੋਊਗੀ, ਕ੍ਰਾਈਮ ਬਹੁਤ ਘੱਟ ਹੈ, ਪਰ ਉਹ ਲੋਕ ਇੰਨੇ ਜਾਗਰੂਕ ਆ, ਮਾੜਾ ਜਿਹਾ ਸਸਪੀਸ਼ੀਅਸ ਇਨਸਾਨ ਵੀ ਦਿੰਦੇ ਆ, ਫੋਨ ਕਰਦੇ ਪੁਲਿਸ ਨੂੰ। ਕ੍ਰਾਈਮ ਸਟਾਪਰ ਵਰਗੇ ਅਦਾਰੇ ਬਣੇ ਹੋਏ ਜਿੱਥੇ ਤੁਸੀਂ ਅਨੋਨਿਮਸ ਰਹਿ ਕੇ ਰਿਪੋਰਟ ਕਰ ਸਕਦੇ, ਅਸੀਂ ਉੱਥੇ ਵੀ ਨਹੀਂ ਕਰਦੇ, ਕਿਉਂਕਿ ਅਸੀਂ ਰਿਪੋਰਟ ਕਰਨ ਨੂੰ ਮੁਖਬਰੀ ਨਾਲ ਜੋੜਿਆ ਹੋਇਆ। ਮੁਖਬਰ ਨਹੀਂ ਬਣਨਾ ਸੀ, ਜਾਂ ਅਸੀਂ ਗਵਾਹ ਨਹੀਂ ਬਣਨਾ, ਅਸੀਂ ਸਾਡੇ ਗੱਲ ਫਲਾਣਾ ਕੁਛ ਹੈ ਜੋ। ਮੈਂ ਨਿਊਟਨ 'ਚ 21 ਸਾਲ ਰਹਿ ਕੇ ਗਿਆ, 16 ਸਾਲ ਮੈਂ ਗੈਂਗ 'ਚ ਕੰਮ ਕੀਤਾ, ਬੜੇ ਬੰਦੇ ਅਰੈਸਟ ਵੀ ਕੀਤੇ, ਬਹੁਤ ਵੱਡੇ ਲੈਵਲ ਤੇ ਕੰਮ ਕੀਤਾ, ਮੈਨੂੰ ਤਾਂ ਕਿਸੇ ਨੇ ਆ ਕੇ ਮਾਰਿਆ। ਥ੍ਰੈਟ ਹੈ ਨਹੀਂ ਸੀ, ਹੁੰਦੀ ਹੈ, ਹਮੇਸ਼ਾ ਹੁੰਦੀ। ਕਿਹੜੇ ਅਦਾਰੇ ਕਿੱਥੇ ਨਹੀਂ ਤੁਹਾਨੂੰ ਥ੍ਰੈਟ ਹੋਊਗੀ? ਆਪਾਂ ਕਾਰ ਚੱਕ ਕੇ ਜਾਂਦੇ ਟ੍ਰੈਫਿਕ 'ਚ, ਉਹਦੇ 'ਚ ਵੀ ਖਤਰਾ ਹੈ, ਕਿਤੇ ਵੀ ਐਕਸੀਡੈਂਟ ਹੋ ਸਕਦਾ। ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਵੀ ਤੁਸੀਂ ਨਾ 11 ਵਜੇ ਤੋਂ ਲੈ ਜਾਣਾ, ਕੁੱਤੇ ਨੂੰ ਵਾਕ ਕਰਾਉਣ, ਤੈਨੂੰ ਕੁਛ ਐ ਨਾ ਹੋ ਜਾਏ, ਨਥਿੰਗ। ਇਹ ਇੰਨੀ ਨੇਰਗਰਦੀ ਨਹੀਂ ਮੱਚੀ ਹਜੇ ਇੱਥੇ। ਆਪਾਂ ਇਹਨੂੰ ਠੀਕ ਹੈ, ਆਪਾਂ ਇਹਨਾਂ ਚੀਜ਼ਾਂ ਬਾਰੇ ਗੱਲਾਂ, ਇੱਥੇ ਅੱਗ ਨਹੀਂ ਮੱਚੀ ਹੋਈ ਹੈ। ਕੈਨ ਅਸ਼ੋਰ ਯੂ there are systems in place to protect the rights of the victim.
100%. ਮੈਂ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਸਰਿੰਗ ਪੁਲਿਸ ਸਰਵਿਸ ਜਦੋਂ ਕਮਾਂਡ ਚਾਹੂਗੀ ਵੀ ਵਿਲ ਮੇਕ ਸ਼ੋਰ ਦੋਸ ਥਿੰਗਸ ਆਰ ਲੁਕਡ ਇਨਟੂ। ਮੈਨੂੰ ਇੱਥੇ ਬਿਠਾ ਕੇ ਫੜ ਲਿਓ ਤੁਸੀਂ ਜੇ ਨਾ ਹੋਵੇ ਤਾਂ। ਇਹ ਆਪਾਂ ਪੁਲਿਸ ਕਮਿਊਨਿਟੀ ਬੇਸਡ ਪੁਲਿਸਿੰਗ ਮਾਡਲ ਬਣਾ ਰਹੇ ਹਾਂ। ਉਹਦਾ ਮਤਲਬ ਇਹ ਹੈ ਵੀ ਅਸੀਂ ਕਮਿਊਨਿਟੀ ਨੂੰ ਨਾਲ ਲੈ ਕੇ ਤੁਰਨਾ। ਇਨਫੋਰਮੇਸ਼ਨ ਯੂ ਗਾਇਜ਼ ਆਰ ਦ ਆਈਜ਼ ਐਂਡ ਈਅਰਸ ਆਫ ਪੁਲਿਸ। ਮੀਡੀਆ ਕਮਿਊਨਿਟੀ ਨੂੰ ਜਾਗਰੂਕ ਕਰੇ। ਬਲੌਕ ਵਾਚ ਪ੍ਰੋਗਰਾਮ ਨਹੀਂ ਕਰਦੇ ਸੀ ਪਿੰਡਾਂ 'ਚ, ਠਿਕਰੀ ਪਹਿਰਾ ਲਾਉਂਦੇ ਹੁੰਦੇ ਸੀ। ਸੌਰੀ ਆਮ ਟੇਕਿੰਗ ਐਕਸਟਰਾ ਟਾਈਮ, ਪਰ ਠਿਕਰੀ ਪਹਿਰੇ ਆਪਾਂ ਲਾਉਂਦੇ ਹੁੰਦੇ ਸੀ ਉੱਥੇ। ਉਹੀ ਕਨਸੈਪਟ ਬਲੌਕ ਵਾਚ ਦਾ, ਪਰ ਆਪਾਂ ਉਸ ਛੱਡਤੀਆਂ ਚੀਜ਼ਾਂ। ਸਰਵੇਲੈਂਸ ਦੌਰਾਨ ਅਸੀਂ ਸਿਵਲ ਵਰਦੀ ਦੇ ਵਿੱਚ ਕਈ ਇਹੋ ਜਿਹੇ ਏਰੀਆ ਦੇ ਵਿੱਚ ਅਸੀਂ ਖੜਨਾ ਹੁੰਦਾ ਸੀ। ਕਈ ਏਰੀਆ ਇਹੋ ਜਿਹੇ ਜਿੱਥੇ ਅਸੀਂ ਮੈਂ 6 ਘੰਟੇ ਵੀ ਕਾਰ ਲਾ ਕੇ ਖੜਾ ਰਹਾਂ, ਕਿਸੇ ਨੇ ਪੁੱਛਣਾ ਨਹੀਂ ਵੀ ਕਿਉਂ ਖੜਾ। ਔਰ ਕਈ ਦੂਸਰੀਆਂ ਕਮਿਊਨਿਟੀ ਦੇ ਵਿੱਚ ਅਸੀਂ ਅੱਧਾ ਘੰਟਾ ਵੀ ਖੜ ਗਏ। ਇੱਕ ਬਜ਼ੁਰਗ ਔਰਤ ਵੀ ਆ ਕੇ ਕਹਿ ਦਿੰਦੀ ਸੀ ਵੀ ਇੱਥੇ ਕੀ ਕਰਦੇ ਆ, ਹੂ ਆਰ ਯੂ, ਵਾਈ ਆਰ ਯੂ ਸਟੈਂਡਿੰਗ ਹੇਅਰ। ਔਰ ਇੱਕ ਇਹੋ ਜਿਹੇ ਏਰੀਆ 'ਚ ਖੜੇ ਸੀ ਅਸੀਂ, ਉਹ ਲੇਡੀ ਆਈ ਆਪਣੇ ਡਰਾਈਵਰ 'ਚ, ਉਹਨੇ ਕਾਰ ਲਾਈ, ਉਹਨੇ ਦੇਖਿਆ ਵੀ 2 ਜਾਣੇ ਬੈਠੇ, ਕੌਣ ਬੈਠੇ ਆ, ਉੱਥੇ ਖੜੀ ਰਹੀ। ਸ਼ੀ ਡਿਡਨਟ ਸੇ ਐਨੀਥਿੰਗ, ਉੱਥੇ ਖੜੀ ਰਹੀ ਸਾਡੇ ਵੱਲ ਦੇਖਦੀ। ਵੀ ਫੈਲਟ ਸੋ ਅਨਕੰਫਰਟੇਬਲ ਵੀ ਅਸੀਂ ਕਿਉਂ ਖੜੇ ਹਾਂ ਇੱਥੇ, ਹਾਲਾਂਕਿ ਅਸੀਂ ਜੌਬ ਕਰ ਰਹੇ ਹਾਂ। ਫਿਰ ਇੱਕ ਤੋਂ ਬਾਅਦ ਇੱਕ ਸਾਰੇ ਜਿਹੜੇ 5 ਘਰ ਸੀ, 5 ਘਰਾਂ ਦੇ ਬਲਾਈਂਡ ਦਾਨ ਹੋਣੇ ਸ਼ੁਰੂ ਹੋ ਗਏ। ਕਿਉਂ? ਉਹਨਾਂ ਦੀ ਨੈਟਵਰਕਿੰਗ ਸੀ ਆਪਸ 'ਚ। ਉਹਨੇ ਸਾਰੇ ਘਰਾਂ ਨੂੰ ਫੋਨ ਕੀਤਾ ਵੀ ਇਹ ਕਾਰ ਸਸਪੀਸ਼ੀਅਸ ਕਾਰ ਖੜੀ ਕਿਉਂ ਖੜੀ ਹੈ। ਵੀ ਹੈਡ ਟੂ ਗੋ ਆਊਟ ਐਂਡ ਟੈਲ ਹਰ we're the police, we're here for this reason. And all these ਸਾਰੇ blind ਥੱਲੇ ਹੋ ਗਏ, ਕਹਿੰਦੇ let us know what you need from us. That is the community support we're looking for. Sorry ਮੈਂ ਆਨਸਰ ਲੰਮਾ ਕਰਤਾ, ਪਰ ਇਹ ਆਪਾਂ ਨੂੰ ਇਸੇ ਤਰੀਕੇ ਨਾਲ ਮਸਲੇ ਹੱਲ ਹੋਣੇ। ਇਹ ਨਹੀਂ ਵੀ ਆਪਾਂ ਨੂੰ ਕੋਈ ਕੁੱਟ ਦਊਗਾ ਤੇ ਕੋਈ ਮਸਲਾ ਨਹੀਂ ਹੱਲ ਹੋਣਾ। That is not going to happen. ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਜਿਹੜਾ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਐਮਪਾਇਰ ਬੈਂਕੁਏਟ ਹਾਲ ਯੋਰਕ ਸੈਂਟਰ ਸਰੀ ਦੇ ਵਿੱਚ, ਸਟਾਪ ਬੁਲਿੰਗ ਬਾਈ ਮੀਡੀਆ, ਜਿਹੜਾ ਕਿ ਪੰਜਾਬੀ ਪ੍ਰੈਸ ਕਲੱਬ ਨੇ ਇਹ ਜਿਹੜਾ ਸਿੱਟਾ ਉਲੀਕਿਆ ਸੀਗਾ। ਇਹਦੀ ਸੈਮੀਨਾਰ, ਇਹਦੀ 2nd ਸੈਮੀਨਾਰ ਹੈਗੀ ਹੈ। ਲਾਸਟ ਈਅਰ ਵੀ ਇਹਦੀ ਸੈਮੀਨਾਰ ਕੀਤੀ ਸੀਗੀ। ਸੋ ਇਹ ਸੈਮੀਨਾਰ ਦਾ ਜਿਹੜਾ ਮੁੱਖ ਮੁੱਦਾ ਸੀਗਾ ਉਸ ਦੇ ਬਾਰੇ ਸਾਡੇ ਜਿਹੜੇ ਸਾਰੇ ਬੁਲਾਰੇ ਆ, ਖਾਸ ਕਰਕੇ ਸਪੀਕਰ ਆਫ ਦਾ ਲੈਜਿਸਲੇਚਰ ਹਾਊਸ ਆਪਣੇ ਰਾਜ ਚੌਹਾਨ, ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਕਿਹਾ ਕਿ ਮੀਡੀਆ ਦਾ ਜਿਹੜਾ ਰੋਲ ਹੈ ਬੜਾ ਟਰਾਂਸਪੇਰੈਂਟ ਹੁੰਦਾ ਆ। ਇਹਨਾਂ ਦਾ ਕੰਮ ਇਹ ਨਹੀਂਗਾ ਵੀ ਕਿਸੇ ਦੇ ਪਰਸਨਲ ਅਟੈਕ ਕਰਨਾ ਜਾਂ ਕਿਸੇ ਤੇ ਕਿਚੜ ਉਠਾਲਣਾ। ਤੇ ਉਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਤਾਂ CRTC ਦੇ ਅੰਡਰ ਮੀਡੀਆ ਆਉਂਦਾ ਆ ਉਹਨਾਂ 'ਤੇ ਦਾ ਚੈੱਕ ਐਂਡ ਬੈਲੈਂਸਿਸ ਹੈ, ਪਰ ਜਿਹੜਾ CRTC ਤੇ ਨਹੀਂ ਆਉਂਦਾ ਗਾ, ਮਿਸਟਰ ਚੌਹਾਨ ਦਾ ਕਹਿਣਾ ਸੀ ਕਿ ਉਹ ਮੀਡੀਆ ਜਿਹੜਾ ਬਹੁਤ ਹੀ ਗਲਤ ਸ਼ਬਦਾਵਲੀ ਵਰਤਦਾ, ਲੋਕਾਂ ਦੇ ਪਰਸਨਲ ਅਟੈਕ ਕਰਦਾ। ਉਹ ਕਹਿੰਦੇ ਕਿ ਇਹ ਬਹੁਤ ਗੱਲ ਗਲਤ ਹੈ। ਤੇ ਬਾਕੀ ਉਹਨਾਂ ਨੇ ਇਸ ਗੱਲ ਦੀ ਵਧਾਈ ਦਿੱਤੀ ਕਿ ਬਾਕੀ ਆਰਗੇਨਾਈਜੇਸ਼ਨ ਕਰਦੇ, ਤੁਸੀਂ ਆਪਦੀ ਆਰਗੇਨਾਈਜੇਸ਼ਨ ਮੀਡੀਆ ਪੰਜਾਬੀ ਪ੍ਰੈਸ ਕਲੱਬ ਹੋਣ ਦੇ ਨਾਤੇ ਤੁਸੀਂ ਇਸ ਗੱਲ ਨੂੰ ਉਲੀਕਿਆ ਆ ਕਿ ਇਹ ਗਲਤ ਗੱਲ ਆ। ਮੀਡੀਆ ਦਾ ਕੰਮ ਧੌਂਸ ਦੇਣਾ ਨਹੀਂ, ਮੀਡੀਆ ਦਾ ਕੰਮ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਹੈ। ਇਸੇ ਹੀ ਤਰ੍ਹਾਂ ਜਿਹੜੇ ਦੂਜੇ ਬੁਲਾਰੇ ਸਟਾਫ ਸਾਰਜੈਂਟ ਜੈਕ ਖੋਸਾ, ਉਹਨਾਂ ਨੇ ਕਿਹਾ ਕਿ ਇਹ ਕਲੈਕਟਿਵ ਸਕਸੈਸ ਹੁੰਦੀ ਹੈ ਮੀਡੀਆ ਦੀ, ਤੇ ਇਹਦੇ ਨਾਲ ਨਾਲ ਅਕਾਊਂਟੇਬਿਲਟੀ ਵੀ ਹੁੰਦੀ ਹੈ। ਐਂਡ ਉਹ ਕਹਿੰਦੇ ਵੀ ਸਰੀ ਪੁਲਿਸ ਜਿਹੜੀ ਹੈਗੀ ਹੈ, ਕਿਉਂਕਿ ਉਹਨਾਂ ਦੇ ਸਟਾਫ ਸਾਰਜੈਂਟ ਹੈ, ਉਹ ਕਹਿੰਦੇ ਮੀਡੀਆ ਦਾ ਰੋਲ ਬਹੁਤ ਵਧੀਆ ਹੈਗਾ ਤੇ ਇਹਨੂੰ ਟਰਾਂਸਪੇਰੈਂਟ ਰੱਖਣ ਲਈ ਤੇ ਉਹਨਾਂ ਨੂੰ ਅਕਾਊਂਟੇਬਲ ਬਣਾਉਣ ਲਈ, ਤੇ ਤਾਂ ਕਿ ਪੁਲਿਸ ਜਿਹੜਾ ਹੈਗਾ ਉਹਦਾ ਆਪਦਾ ਕੰਮ ਕਰ ਰਹੀ ਹੈ। ਉਹ ਕਹਿੰਦੇ ਅਸੀਂ ਓਪਨ ਹੈ, ਜੇ ਪੁਲਿਸ ਕੋਈ ਗਲਤ ਕੰਮ ਕਰ ਰਹੀ ਹੈ ਉਹਨੂੰ ਬ੍ਰਿੰਗ ਅਪ ਕਰਨਾ ਮੀਡੀਆ ਦਾ ਕੰਮ ਹੈ, ਪਰ ਕਿਚੜ ਕਿਸੇ ਦੇ ਉਛਾਲਣਾ ਉਹ ਕੰਮ ਨਹੀਂ ਹੈ। ਇਸ ਤੋਂ ਇਲਾਵਾ ਬਹੁਤ ਹੀ ਡਿਫਰੈਂਟ ਕਾਈਂਡ ਆਫ ਵਿਊ ਜਿਹੜੇ ਸੀਗੇ, ਕਿਉਂਕਿ ਡਾਕਟਰ ਗੋਪਾਲ ਬੁੱਟਰ ਸਾਹਿਬ ਤੇ ਮਿਸਟਰ ਤਰਲੋਚਨ ਸਿੰਘ ਜਿਹੜੇ ਸੀਨੀਅਰ ਐਡੀਟਰ ਸਮਰ ਨਿਊਜ਼ ਦੇ ਆ, ਉਹਨਾਂ ਨੇ ਇੰਡੀਆ ਦਾ ਬੜੇ ਹੀ ਸੋਹਣੇ ਤਰੀਕੇ ਨਾਲ ਵੇਰਵਾ ਦਿੱਤਾ ਕਿ ਇੰਡੀਆ ਜਿਸ ਤਰ੍ਹਾਂ ਦੀ ਨਿਊਜ਼ ਚੱਲ ਰਹੀ ਹੈ, ਜਿਸ ਤਰ੍ਹਾਂ ਦਾ ਉਸ ਤੇ ਕੰਟਰੋਲ ਹੈ ਬਿਗ ਹਾਊਸਿਸ ਦਾ, ਬਿਗ ਕਾਰਪੋਰੇਸ਼ਨ ਦਾ, ਪੋਲੀਟੀਕਲ ਪਾਰਟੀਜ਼ ਦਾ। ਈਵਨ ਉਹਨਾਂ ਨੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਨੇ ਆਪਦੇ ਸਟੇਸ਼ਨ ਸ਼ੁਰੂ ਕਰ ਰਹੇ ਆ। ਸੋ ਜਿਹੜੀ ਫਰੀडम ਆਫ ਸਪੀਚ ਹੈਗੀ ਹੈ, ਜਿਹੜੀ ਖੁੱਲੀ ਆਵਾਜ਼ ਹੈ, ਇੰਡੀਆ ਦੇ ਵਿੱਚ ਹੋਰ ਵੀ ਰਿਸਟ੍ਰਿਕਟਡ ਆ। ਉਹਨਾਂ ਨੇ ਵਧਾਈ ਦਿੱਤੀ, ਤੁਸੀਂ ਕੈਨੇਡਾ 'ਚੋਂ ਹੈ, ਤੁਸੀਂ ਫਿਰ ਵੀ ਕਿਸਮਤਦਾਰ ਹੈ, ਪਰ ਸਾਡੇ ਕੈਨੇਡਾ 'ਚ ਵੀ ਜਿਹੜੇ ਬੁਲਾਰੇ ਆ ਮਿਸਟਰ ਚੌਹਾਨ, ਮਿਸਟਰ ਖੋਸਾ, ਉਸ ਤੋਂ ਬਾਅਦ ਪ੍ਰੋਫੈਸਰ ਧਾਲੀਵਾਲ, ਉਹਨਾਂ ਨੇ ਵੀ ਆਪਦੇ ਵਿਚਾਰ ਪ੍ਰਗਟ ਕੀਤੇ। ਸਾਡੇ ਕਲਾਕਾਰ ਆਪਣੇ ਜਰਨੈਲ ਸਿੰਘ ਜੀ ਸਾਡੇ ਸੀਨੀਅਰ ਮੈਂਬਰ ਹੈਗੇ ਪੰਜਾਬੀ ਪ੍ਰੈਸ ਕਲੱਬ ਦੇ, ਉਹਨਾਂ ਨੇ ਵੀ ਆਪਦੇ ਵਿਚਾਰ ਰੱਖੇ। ਸੋ ਆਹ ਸਾਰੀਆਂ ਗੱਲਾਂ ਸੁਣ ਕੇ ਸਾਡੇ ਜਿਹੜੇ ਨਿਊਜ਼ ਐਂਕਰ ਹੈ ਤੇ ਮੇਰੇ ਕੋ ਹੋਸਟ ਅਰਸ਼ ਬੱਟੂ, ਉਹਨਾਂ ਨੇ ਵੀ ਮੇਰਾ ਸਾਥ ਦਿੱਤਾ ਤੇ ਉਹਨਾਂ ਨੇ ਬੁਲਾਰਿਆਂ ਦੇ ਸੈਮੀਨਾਰ ਫਿਨਿਸ਼ ਹੋਣ ਤੋਂ ਬਾਅਦ ਉਹਨਾਂ ਦੇ ਕਮੈਂਟ ਲਏ। ਸੋ
ਇਸੇ ਤਰ੍ਹਾਂ ਹੀ ਦੇਖਦੇ ਰਹੇ ਕਰੋ ਸੀਜੇ ਸਿੱਧੂ ਸ਼ੋਅ ਤੇ ਆਪਦੀ ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾ ਸਕੀਏ। ਧੰਨਵਾਦ, ਰੱਬ ਰਾਖਾ। ਹੈਵ ਅ ਵੰਡਰਫੁਲ ਹੈਪੀ ਹੈਲਥੀ ਵੀਕਐਂਡ।